ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਤਰਸ ਵਰਤ ਰਿਹਾ, ਜੋ ਆਪਣੀ ਮਿਹਰਮਤ ਕਰਕੇ ਆਪਣੀ ਬਖਸ਼ਿਸ਼ ਦਾ ਖਾਤਾ ਖੋਲ ਕੇ ਸਾਨੂੰ ਰੋਜ਼ਾਨਾ ਆਪਣੀ ਗੋਦ ਦੇ ਵਿੱਚ ਬਿਠਾਉਂਦੇ ਨੇ। ਇਹ ਉਹਦਾ ਤਰਸ ਨਾ ਕਵਾਂ ਤੇ ਕੀ ਆਖਾਂ। ਉਹਦਾ ਆਪਣਾ ਤਰਸ ਦਾ ਖਾਤਾ ਖੋਲ੍ਹਿਆ, ਉਸੇ ਹੀ ਤਰਸ ਦੇ ਖਾਤੇ ਵਿੱਚੋਂ ਅੱਜ ਪਿਤਾ ਜੀ ਨੇ ਫਿਰ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਅਰਦਾਸ ਕਰਿਓ, ਕੀਰਤਨ ਦੀ ਕਥਾ ਦੀ ਸੇਵਾ ਸਤਿਗੁਰੂ ਪੂਰੇ ਰਸ ਦੇ ਵਿੱਚ ਲੈਣ, ਇੱਕ ਇੱਕ ਬੋਲ ਦੇ ਵਿੱਚ ਪਿਤਾ ਜੀ ਆਪ ਵਰਤਣ। ਜੋ ਮੈਂ ਕਵਾਂ ਮੈਂ ਵੀ ਚੱਲਣ ਦਾ ਉਸ ਉੱਪਰ ਯਤਨ ਕਰਾਂ, ਜੋ ਤੁਸੀਂ ਸੁਣੋ ਉਹਦੇ ਉੱਤੇ ਤੁਸੀਂ ਵੀ ਚੱਲਣ ਦਾ ਯਤਨ ਕਰੋ, ਤਾਂ ਹੀ ਫਿਰ ਇਹ ਕਥਾ ਕੀਰਤਨ ਕਰਨ ਦਾ ਸੁਣਨ ਦਾ ਲਾਭ ਹੈ। ਮੈਂ ਗੱਲ ਸ਼ੁਰੂ ਕਰਾਂ। ਅਸੀਂ ਕਈ ਵਾਰੀ ਨਾ, ਕੋਈ ਸਾਡੇ ਨਾਲ ਈਰਖਾਬਾਜ਼ੀ ਕਰੇ, ਸਾਡੀਆਂ ਮੰਨ ਲਓ ਚੜ੍ਹਦੀ ਕਲਾ ਦੇ ਵਿੱਚ ਲੱਤਾਂ ਖਿੱਚੇ, ਸਾਡੇ ਰਾਹ ਦੇ ਵਿੱਚ ਰੁਕਾਵਟ ਖੜੀ ਕਰੇ, ਅਸੀਂ ਕਹਿੰਦੇ ਇਹ ਸਾਡਾ ਸ਼ਤਰੂ ਹੈ, ਇਹ ਸਾਡਾ ਜੋ ਦੁਸ਼ਮਣ ਬਣ ਗਿਆ। ਪਰ ਪਿਆਰਿਓ, ਕਦੀ ਗੌਰ ਨਾਲ ਤੱਕਣਾ, ਸਾਡਾ ਸਭ ਤੋਂ ਵੱਡਾ ਸ਼ਤਰੂ, ਸਭ ਤੋਂ ਵੱਡਾ ਸਾਡਾ ਦੁਸ਼ਮਣ ਸਾਡੇ ਅੰਦਰ ਹੀ ਮੌਜੂਦ ਹੈ। ਉਸ ਦੁਸ਼ਮਣ ਦਾ ਨਾਮ ਪਤਾ ਕੀ ਹੈ? ਮੈਂ। ਉਹਦਾ ਨਾਮ ਹੈ ਮੈਂ, ਅਹੰਕਾਰ, ਹਉਮੈ, ਈਗੋ। ਇਹ ਬੰਦੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਜਿਹੜਾ ਬੰਦੇ ਦੇ ਅੰਦਰ ਹੀ ਬੈਠਾ ਹੈ। ਅੰਦਰ ਬਾਹਰ ਵਾਲੇ ਦੁਸ਼ਮਣਾਂ ਨਾਲ ਤੇ ਅਸੀਂ ਨਜਿੱਠਣ ਦੇ ਕਈ ਤਰੀਕੇ ਅਪਣਾ ਲੈਨੇ ਆ, ਪਰ ਪਿਆਰਿਓ ਇਸ ਮੈਂ ਨਾਲ, ਇਸ ਹਉਮੈ ਨਾਲ ਨਜਿੱਠਣ ਦਾ ਤਰੀਕਾ ਵੀ ਜ਼ਰੂਰ ਅਪਣਾਇਓ। ਤੇ ਇਹਦੇ ਨਾਲ ਨਜਿੱਠਣ ਦਾ ਤਰੀਕਾ ਪਤਾ ਕੀ ਹੈ? ਗੁਰ ਸ਼ਬਦ ਦੀ ਕਮਾਈ ਕਰਨੀ। ਇਹਦੇ ਨਾਲ ਨਜਿੱਠਣ ਦਾ ਤਰੀਕਾ ਪਤਾ ਕੀ ਹੈ? ਨਾਮ ਜਪਣ ਵਾਲਿਆਂ ਦੀ, ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚ ਬਹਿਣਾ। ਇਹਦੇ ਨਾਲ ਨਜਿੱਠਣ ਦਾ ਤਰੀਕਾ ਪਤਾ ਕੀ ਹੈ? ਆ ਜਿਹੜਾ ਅਸੀਂ 3 ਤੋਂ 4 ਰੋਜ਼ਾਨਾ ਜੁੜਦੇ ਆ ਨਾ, ਇਦਾਂ ਗੁਰੂ ਜੀ ਦੀ ਗੋਦ ਵਿੱਚ ਬਹਿ ਕੇ ਸੰਗਤ ਕਰਨੀ, ਇਹਦੇ ਨਾਲ ਨਜਿੱਠਣ ਦਾ ਤਰੀਕਾ ਹੈ। ਤਾਂ ਹੀ ਤੇ ਮੈਂ ਵਾਰ-ਵਾਰ ਇੱਕੋ ਗੱਲ ਕਹਿਣਾ ਪਿਆਰਿਓ, ਜੋ ਮਰਜ਼ੀ ਹੋ ਜਾਵੇ, ਇਹ ਕੀਰਤਨ ਸੁਣਨ ਦੀ ਰੁਟੀਨ ਕਦੀ ਟੁੱਟਣ ਨਾ ਦੇਣਾ। ਜੋ ਮਰਜ਼ੀ ਹੋਵੇ, ਜਿੱਥੇ ਮਰਜ਼ੀ ਹੋਈਏ, ਜਿਹੜੀ ਮਰਜ਼ੀ ਹਾਲਾਤ ਦੇ ਵਿੱਚ ਹੋਈਏ, ਪਰ 3 ਤੋਂ 4 ਦਾ ਜਿਹੜਾ ਸਮਾਂ ਹੈ ਨਾ, ਉਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਸਮਾਂ ਸਮਝ ਕੇ ਪਿਤਾ ਜੀ ਦੇ ਲੇਖੇ ਲਾਉਣਾ ਹੀ ਲਾਉਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੇਖੋ ਪਿਆਰਿਓ, ਸਾਡੇ ਇਰਦ ਗਿਰਦ ਕਈ ਹੋਣਗੇ ਜਿਨ੍ਹਾਂ ਦਾ ਸੁਭਾਅ ਹੋਏਗਾ ਸਾਡਾ ਅਪਮਾਨ ਕਰਨਾ। ਅਪਮਾਨ ਕਰਨਾ ਕਿਸੇ ਦੇ ਸੁਭਾਅ 'ਚ ਹੋ ਸਕਦਾ ਹੈ, ਪਰ ਦੂਜਿਆਂ ਦਾ ਸਨਮਾਨ ਕਰਨਾ ਇਹ ਸਾਡੇ ਸੰਸਕਾਰ ਵਿੱਚ ਹੋਣਾ ਬੜਾ ਹੀ ਲਾਜ਼ਮੀ ਹੈ। ਦੂਜਿਆਂ ਦਾ ਸਤਿਕਾਰ ਕਰਨਾ, ਉਹਨਾਂ ਨੂੰ ਸਨਮਾਨ ਦੇਣਾ, ਇਹ ਸਾਡੇ ਸੰਸਕਾਰ ਵਿੱਚ ਹੋਣਾ ਬੜਾ ਲਾਜ਼ਮੀ ਹੈ। ਕਿਸੇ ਦਾ ਸੁਭਾਅ ਹੈ ਅਪਮਾਨ ਕਰਨਾ ਹਰੇਕ ਦਾ, ਪਰ ਸਾਡਾ ਇਹ ਸੁਭਾਅ ਨਾ ਬਣੇ। ਕਿਉਂ ਨਾ ਬਣੇ? ਕਿਉਂਕਿ ਅਸੀਂ ਸੰਗਤ ਕਰਦੇ ਹਾਂ। ਜੇ ਸਾਡਾ ਸੁਭਾਅ ਵੀ ਦੂਜਿਆਂ ਦਾ ਅਪਮਾਨ ਕਰਨ ਵਾਲਾ ਹੋਇਆ, ਫਿਰ ਉਹਨਾਂ 'ਚ ਤੇ ਸਾਡੇ 'ਚ ਫਰਕ ਕੀ ਰਹਿ ਗਿਆ? ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਪਮਾਨ ਕਰਨਾ ਕਿਸੇ ਦੇ ਸੁਭਾਅ 'ਚ ਹੋ ਸਕਦਾ ਪਿਆਰਿਓ, ਪਰ ਸਨਮਾਨ ਕਰਨਾ ਇਹ ਸਾਡੇ ਸੰਸਕਾਰਾਂ ਦੇ ਵਿੱਚ ਹੋਣਾ ਚਾਹੀਦਾ। ਜੇ ਅਸੀਂ ਸੰਗਤ ਕਰਦੇ ਹਾਂ ਨਾ, ਫਿਰ ਅਸੀਂ ਹਰੇਕ ਦਾ ਸਨਮਾਨ ਕਰੀਏ, ਹਰੇਕ ਦਾ ਸਤਿਕਾਰ ਕਰੀਏ। ਸਤਿਕਾਰ, ਦੂਜਿਆਂ ਦੀ ਫੀਲਿੰਗ ਨੂੰ ਸਮਝਣ ਦਾ ਯਤਨ ਕਰੀਏ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰੀਏ। ਇਹ ਮੇਰੀ ਬੇਨਤੀ ਹੈ।
ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਆਰਿਓ, ਅਗਲੀ ਗੱਲ ਇਹ ਵੀ ਜੀਵਨ ਦੇ ਵਿੱਚ ਬੜੀ ਕੰਮ ਆਏਗੀ। ਕਿਸੇ ਨਾਲ ਵੀ ਇੰਨਾ ਮੋਹ ਨਾ ਕਰੀਏ ਕਿ ਉਹਦੀਆਂ ਬੁਰਾਈਆਂ ਸਾਨੂੰ ਨਜ਼ਰ ਨਾ ਆਉਣ। ਸਾਡਾ ਬੱਚਾ ਹੀ ਹੈ, ਮੰਨ ਲਓ ਮੇਰਾ ਪੁੱਤਰ ਹੈ, ਤੁਹਾਡਾ ਪੁੱਤਰ ਹੈ, ਬੱਚੇ ਨੇ ਸਾਡੇ। ਕਈ ਵਾਰੀ ਅਸੀਂ ਬੱਚਿਆਂ ਨਾਲ ਇੰਨਾ ਮੋਹ ਪਾ ਲੈਨੇ ਆ ਕਿ ਮੋਹ ਦੇ ਵਿੱਚ ਉਹਨਾਂ ਦੀਆਂ ਗਲਤ ਆਦਤਾਂ ਕਦੋਂ ਵੱਧ ਜਾਂਦੀਆਂ ਨੇ ਸਾਨੂੰ ਪਤਾ ਨਹੀਂ ਲੱਗਦਾ। ਬੱਚਿਆਂ ਨਾਲ ਇਹ ਨਹੀਂ ਮੈਂ ਕਹਿੰਦਾ ਮੋਹ ਪਾਈਏ ਨਾ, ਪਿਆਰ ਕਰੀਏ ਨਾ, ਕਰੋ, ਡਟ ਡਟ ਕੇ ਕਰੋ। ਜੇ ਪਰਮੇਸ਼ਰ ਸਾਈਂ ਨੇ ਡਿਊਟੀਆਂ ਦਿੱਤੀਆਂ ਨੇ, ਇਹਨਾਂ ਨੂੰ ਨਿਭਾਉਣਾ ਹੈ, ਇਹ ਫਰਜ਼ ਨੂੰ ਨਿਭਾਉਣਾ ਹੈ। ਪਰ ਇਹ ਚੀਜ਼ ਦਾ ਵੀ ਖਿਆਲ ਰੱਖਣਾ ਕਿ ਕਿਤੇ ਮੇਰਾ ਮੋਹ, ਕਿਤੇ ਮੇਰਾ ਇਹ ਲਾਡ ਬੱਚਿਆਂ ਦੇ ਅੰਦਰ ਬੁਰਾਈਆਂ ਨੂੰ ਵਧਾ ਤੇ ਨਹੀਂ ਰਿਹਾ। ਇਹ ਜ਼ਰੂਰ ਧਿਆਨ ਰੱਖਣਾ। ਮੋਹ ਇੰਨਾ ਨਾ ਕਰੋ ਕਿ ਬੁਰਾਈਆਂ ਨਾ ਦਿਖਣ, ਤੇ ਨਫ਼ਰਤ ਇੰਨੀ ਨਾ ਕਰੋ ਕਿ ਅੱਛਾਈਆਂ ਨਾ ਦਿਖਣ। ਕਈ ਵਾਰੀ ਬੰਦਾ ਨਫ਼ਰਤ ਹੀ ਕਰੀ ਜਾਂਦਾ ਹੈ, ਹਰੇਕ ਨਾਲ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕਰੀ ਜਾਂਦਾ ਹੈ, ਤੇ ਉਹਦੇ ਕਰਕੇ ਹੁੰਦਾ ਕੀ ਹੈ, ਕਿਸੇ ਦੇ ਅੰਦਰ ਵੀ ਅੱਛਾਈ ਨਜ਼ਰ ਆਉਂਦੀ ਨਹੀਂ, ਬੁਰਾਈਆਂ ਨਜ਼ਰ ਆਈ ਜਾਂਦੀਆਂ ਨੇ। ਨਫ਼ਰਤ ਇੰਨੀ ਵੱਧ ਜਾਂਦੀ ਹੈ ਕਿ ਕਈ ਵਾਰੀ ਪਿਆਰਿਓ ਬੰਦਾ ਮਹਾਂਪੁਰਖਾਂ ਵਿੱਚ ਵੀ ਬੁਰਾਈਆਂ ਲੱਭਣ ਲੱਗ ਪੈਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਜਿਹੜੀਆਂ ਮੈਂ ਰੋਜ਼ ਗੱਲਾਂ ਕਰਦਾ ਨਾ, ਇਹਨਾਂ ਨੂੰ ਧਿਆਨ ਨਾਲ ਸੁਣਿਆ ਕਰੋ ਤੇ ਅਮਲੀ ਜਾਮਾਂ ਪਹਿਨਾਉਣ ਦਾ ਯਤਨ ਕਰਿਆ ਕਰੋ। ਇਹ ਗੱਲਾਂ ਜ਼ਿੰਦਗੀ ਦੇ ਵਿੱਚ ਬੜੀਆਂ ਕੰਮ ਆਉਣਗੀਆਂ। ਮੈਂ ਫਿਰ ਦੁਹਰਾ ਰਿਹਾ, ਮੋਹ ਇੰਨਾ ਨਾ ਕਰੀਏ ਕਿ ਪਿਆਰਿਓ ਬੁਰਾਈਆਂ ਨਾ ਨਜ਼ਰ ਆਉਣ, ਤੇ ਨਫ਼ਰਤ ਇੰਨੀ ਨਾ ਕਰੀਏ ਕਿ ਦੂਜਿਆਂ ਦੀਆਂ ਅੱਛਾਈਆਂ ਨਜ਼ਰ ਨਾ ਆਉਣ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ। ਜਿਹੜਾ ਕਰਮਾਂ ਦਾ ਗਣਿਤ ਹੈ ਨਾ, ਕਰਮਾਂ ਦਾ ਲੇਖਾ ਜੋਖਾ, ਕਰਮਾਂ ਦਾ ਗਣਿਤ ਹੈ, ਜਿਹੜਾ ਕਰਮਾਂ ਦਾ ਜਿਹੜਾ ਹਿਸਾਬ ਹੈ, ਇਹ ਕਰਮਾਂ ਦਾ ਲੇਖਾ ਜੋਖਾ ਬੜਾ ਸਿੱਧਾ ਤੇ ਬੜਾ ਹੀ ਸਰਲ ਹੈ। ਅਸੀਂ ਸਕੂਲ ਦੇ ਵਿੱਚ ਕਈ ਵਾਰੀ ਕੋਈ ਸਵਾਲ ਦਾ ਜਵਾਬ ਹੱਲ ਕਰਨਾ ਹੋਵੇ ਨਾ, ਮੁਸ਼ਕਲ ਲੱਗਦਾ ਹੈ, ਔਖੇ ਤਾਂ ਔਖੇ। ਕਈ ਵਾਰੀ ਬਹੁਤ ਸਾਰੇ ਬੱਚੇ ਮੈਂ ਵੇਖੇ ਨੇ ਬਾਕੀ ਸਬਜੈਕਟਸ ਦੇ ਵਿੱਚ ਬੜੀ ਅੱਗੇ ਹੁੰਦੇ ਨੇ, ਪਰ ਮੈਥਸ ਤੋਂ ਭੱਜ ਜਾਂਦੇ ਨੇ, ਔਖਾ ਲੱਗਦਾ ਹੈ ਸਬਜੈਕਟ। ਪਰ ਜਿਹੜਾ ਕਰਮਾਂ ਦਾ ਮੈਥਸ ਹੈ ਨਾ, ਇਹ ਕਰਮਾਂ ਦਾ ਜਿਹੜਾ ਹਿਸਾਬ ਹੈ, ਇਹ ਕਰਮਾਂ ਦਾ ਜਿਹੜਾ ਗਣਿਤ ਹੈ, ਇਹ ਪਿਆਰਿਓ ਬੜਾ ਸਰਲ ਹੈ, ਬੜਾ ਹੀ ਸਿੱਧਾ ਹੈ। ਉਹ ਪਤਾ ਕਿਵੇਂ? ਇਹ ਕਿਵੇਂ ਸਰਲ ਹੈ, ਇਹ ਕਿਵੇਂ ਸਿੱਧਾ ਹੈ? ਜੇ ਭਲਾ ਕਰੋਗੇ ਤੇ ਭਲਾ ਹੀ ਹੋਏਗਾ, ਬੁਰਾ ਕਰੋਗੇ ਤੇ ਅੰਤ ਬੁਰਾ ਹੀ ਹੋਏਗਾ। ਜਿਹੜਾ ਤੂੰ ਬੀਜ ਦਿੱਤਾ ਹੈ ਨਾ, ਮਤ ਖਿਆਲ ਕਰੀ ਇਹ ਤੇਰਾ ਬੀਜਿਆ ਹੋਇਆ ਬੀਜ ਐਵੇਂ ਅਜਾਇਆ ਜਾ ਰਿਹਾ। ਭਲੇ ਦਾ ਬੀਜ ਬੀਜਿਆ ਹੀ, ਅੰਤ ਭਲੇ ਦੇ ਹੀ ਫਲ ਤੇਰੀ ਝੋਲੀ 'ਚ ਪੈਣੇ। ਤੇ ਜੇ ਬੁਰਾਈ ਦੇ ਬੀਜ ਬੀਜ ਲਈ ਨਾ, ਬੁਰਾਈ ਦੇ ਬੀਜ ਬੀਜ ਕੇ ਅੱਛਾਈ ਦੇ ਫਲ ਲੱਭਣ ਦੀ ਕੋਸ਼ਿਸ਼ ਨਾ ਕਰੀ। ਜਿਹਾ ਬੀਜੈ ਸੋ ਲੁਣੇ, ਕਰਮਾ ਸੰਧੜਾ ਖੇਤ। ਇਹ ਬੜਾ ਈਜ਼ੀ ਹੈ। ਕਰਮਾਂ ਦਾ ਲੇਖਾ ਜੋਖਾ, ਕਰਮਾਂ ਦਾ ਹਿਸਾਬ, ਕਰਮਾਂ ਦਾ ਮੈਥਸ, ਕਰਮਾਂ ਦਾ ਗਣਿਤ ਬੜਾ ਹੀ ਸੌਖਾ ਹੈ, ਬੜਾ ਹੀ ਸਿੱਧਾ ਹੈ, ਬੜਾ ਹੀ ਸਰਲ ਹੈ। ਉਹ ਕੀ ਸਰਲ ਹੈ, ਕੀ ਸਿੱਧਾ? ਕਰ ਭਲਾ ਤੇ ਹੋ ਭਲਾ, ਕਰ ਬੁਰਾ ਤੇ ਹੋ ਬੁਰਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸ ਕਰਕੇ ਕੋਈ ਵੀ ਬੀਜ ਹੈ ਨਾ, ਉਹ ਬੀਜਣ ਤੋਂ ਪਹਿਲਾਂ 100 ਵਾਰੀ ਸੋਚ ਕਿ ਇਹ ਬੀਜੇ ਹੋਏ ਬੀਜ ਦਾ ਜਦੋਂ ਮੈਨੂੰ ਫਲ ਖਾਣਾ ਪੈਣਾ, ਕਿਤੇ ਮੈਨੂੰ ਮੁਸ਼ਕਲ ਤੇ ਨਹੀਂ ਆਏਗੀ। ਮੇਰੀ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਨਾ ਪਾਪਾਂ ਦੇ ਬੀਜ ਲੈਂਦਾ, ਤੇ ਧਿਆਨ ਵਿੱਚ ਰੱਖਿਓ, ਪਾਪ ਇੱਕ ਇਹੋ ਜਿਹਾ ਪ੍ਰੋਡਕਟ ਹੈ, ਇਹੋ ਜਿਹਾ ਅਸੀਂ ਪ੍ਰੋਡਕਟ ਕੋਈ ਖਰੀਦਦੇ ਆ ਨਾ, ਕੋਈ ਚੀਜ਼ ਖਰੀਦਦੇ ਆ ਬਾਜ਼ਾਰੋਂ, ਪਾਪ ਇੱਕ ਇਹੋ ਜਿਹਾ ਪ੍ਰੋਡਕਟ ਹੈ ਪਿਆਰਿਓ, ਜਿਹੜਾ ਖਰੀਦਣ ਵਿੱਚ ਤੇ ਬੜਾ ਹੀ ਸਸਤਾ ਲੱਗਦਾ ਹੈ, ਬੜਾ ਸਸਤਾ, ਮਜ਼ਾ ਬੜਾ ਆਉਂਦਾ ਹੈ।
ਆਨੰਦ ਬੜਾ ਹੁੰਦਾ ਹੈ। ਕਿਸੇ ਦਾ ਦਿਲ ਦੁਖਾਇਆ, ਮਜ਼ਾ ਬੜਾ ਆਇਆ, ਆਨੰਦ ਬੜਾ ਆਇਆ। ਕਿਸੇ ਨਾਲ ਖੇਰਾ ਫੇਰੀ ਕੀਤੀ, ਬੰਦਾ ਉਦੋਂ ਖੁਸ਼ ਹੁੰਦਾ, ਮੈਂ ਤੇ ਬੁੱਧੂ ਬਣਾ ਲਿਆ ਇਹਨੂੰ ਕਿਹੜਾ ਪਤਾ ਲੱਗਾ। ਪਾਪ ਦਾ ਜਿਹੜਾ ਪ੍ਰੋਡਕਟ ਹੈ ਨਾ ਪਿਆਰਿਓ, ਇਹ ਖਰੀਦਣ ਵਿੱਚ ਬੜਾ ਹੀ ਸਸਤਾ ਲੱਗਦਾ ਹੈ, ਪਰ ਜਦੋਂ ਇਹਦਾ ਮੁੱਲ ਚੁਕਾਉਣਾ ਪੈਂਦਾ ਹੈ ਨਾ, ਤੇ ਬੰਦੇ ਨੂੰ ਕਈ ਵਾਰੀ ਕਈ ਜਨਮ ਲੱਗ ਜਾਂਦੇ ਨੇ ਇਹਦਾ ਮੁੱਲ ਚੁਕਾਉਣ ਲੱਗੇ ਆ, ਕਈ ਜਨਮ। ਤਾਂ ਹੀ ਤੇ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਪਾਪ ਦਾ ਜਿਹੜਾ ਪ੍ਰੋਡਕਟ ਹੈ ਖਰੀਦਣ ਵਿੱਚ ਸਸਤਾ ਲੱਗਦਾ ਹੈ, ਪਰ ਜਦੋਂ ਇਹਦਾ ਦਾਮ ਚੁਕਾਉਣਾ ਪੈਂਦਾ ਹੈ ਨਾ, ਜਦੋਂ ਇਹਦਾ ਕਿਤੇ ਮੁੱਲ ਦੇਣਾ ਪੈਂਦਾ ਤੇ ਜਨਮ ਬੀਤ ਜਾਂਦੇ ਨੇ। ਇਸ ਕਰਕੇ ਮੇਰੀ ਬੇਨਤੀ ਕੋਈ ਵੀ ਕਰਮ ਹੈ, ਕੋਈ ਵੀ ਕਰਮ ਦਾ ਬੀਜ ਹੈ, ਉਹ ਬੀਜਣ ਤੋਂ ਪਹਿਲਾਂ 100 ਵਾਰੀ ਸੋਚ ਕਿ ਜਿਹੜਾ ਮੈਂ ਅੱਜ ਕਰਮਾਂ ਦਾ ਬੀਜ ਰਿਹਾ, ਇਹ ਬੀਜ ਜਦੋਂ ਫਲ ਬਣੇਗਾ, ਇਹ ਫਲ ਖਾਣ ਲੱਗਿਆਂ ਕਿਤੇ ਮੈਨੂੰ ਮੁਸ਼ਕਲ ਤੇ ਨਹੀਂ ਆਏਗੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੱਚਿਆਂ ਦੇ ਵੇਖੋ ਫਾਈਨਲ ਐਗਜ਼ਾਮ ਆਉਣ ਵਾਲੇ ਨੇ। ਸਕੂਲ ਦੇ ਵਿੱਚ ਜਦੋਂ ਵੀ ਪ੍ਰੀਖਿਆ ਹੁੰਦੀ ਹੈ ਨਾ, ਇਮਤਿਹਾਨ ਹੁੰਦਾ ਹੈ, ਐਗਜ਼ਾਮ ਹੁੰਦੇ ਨੇ, ਤੇ ਮਹੀਨਾ ਪਹਿਲੇ, 1.5 ਮਹੀਨਾ ਪਹਿਲੇ ਉਹ ਤਰੀਕਾਂ ਦੱਸ ਦਿੱਤੀਆਂ ਜਾਂਦੀਆਂ ਨੇ ਕਿ ਬੱਚਿਆਂ ਦੇ ਇਹ ਤਰੀਕ ਤੋਂ ਇਮਤਿਹਾਨ ਸ਼ੁਰੂ ਹੋਣਗੇ। ਬੱਚਿਆਂ ਦੀ ਤਿਆਰੀ, ਪੇਰੈਂਟਸ ਨੂੰ ਆ ਜਾਂਦੇ ਨੇ ਮੈਸੇਜ ਕਿ ਬੱਚਿਆਂ ਦੀ ਤਿਆਰੀ ਇਸ ਹਿਸਾਬ ਨਾਲ ਕਰਾਉਣੀ ਤੁਸੀਂ ਸ਼ੁਰੂ ਕਰ ਦਿਓ। ਸਕੂਲ ਦੀ ਪ੍ਰੀਖਿਆ ਹੋਵੇ, ਸਕੂਲ ਦਾ ਇਮਤਿਹਾਨ ਹੋਵੇ, ਉਹਦੀ ਡੇਟ ਪਹਿਲੇ ਦੱਸ ਦਿੱਤੀ ਜਾਂਦੀ ਹੈ, ਪਰ ਪਿਆਰਿਓ ਜ਼ਿੰਦਗੀ ਦੇ ਵਿੱਚ ਇਮਤਿਹਾਨ ਕਦੋਂ ਪੈਣਾ ਇਹ ਕਿਸੇ ਨੂੰ ਕੋਈ ਪਤਾ ਨਹੀਂ। ਜ਼ਿੰਦਗੀ ਦੇ ਕਿਹੜੇ ਮੋੜ ਦੇ ਉੱਤੇ ਆ ਕੇ ਇਮਤਿਹਾਨ ਪੈ ਜਾਣਾ, ਔਖੀ ਘੜੀ ਆ ਜਾਣੀ ਹੈ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਇਹ ਮੇਰੀ ਬੇਨਤੀ ਹੈ, ਜੇ ਜ਼ਿੰਦਗੀ ਦੇ ਇਮਤਿਹਾਨ ਦੀ ਘੜੀ ਦਾ ਬੰਦਿਆ ਤੈਨੂੰ ਨਹੀਂ ਨਾ ਪਤਾ, ਇਸ ਲਈ ਪਤਾ ਕੀ ਕਰ, ਇਹ ਅਚਨਚੇਤ ਆਉਣ ਵਾਲੇ ਇਮਤਿਹਾਨਾਂ ਦੇ ਵਿੱਚ ਬਹਿਣ ਦੇ ਲਈ ਤੂੰ ਅਸੀਸਾਂ ਦਾ ਸਟਾਕ ਇਕੱਠਾ ਕਰਕੇ ਰੱਖ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਅਸੀਸਾਂ ਦਾ, ਦੁਆਵਾਂ ਦਾ, ਅਸੀਸਾਂ ਦਾ ਇਹ ਸਟਾਕ ਇਕੱਠਾ ਕਰਕੇ ਰੱਖ, ਤਾਂ ਜੋ ਅਚਾਨਕ ਕੋਈ ਇਮਤਿਹਾਨ ਤੇਰੀ ਲਾਈਫ ਦੇ ਵਿੱਚ ਆਵੇ ਤੇ ਉਸ ਇਮਤਿਹਾਨ ਦੇ ਵਿੱਚੋਂ ਇਹ ਗੁਰ ਪਰਮੇਸ਼ਰ ਦੀ ਬਖਸ਼ੀ ਹੋਈ ਸੰਗਤ ਦੀਆਂ ਅਸੀਸਾਂ ਤੈਨੂੰ ਸਹਿਜੇ ਕੱਢ ਲੈਣ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਮੈਂ ਗੱਲ ਦੁਹਰਾ ਰਿਹਾ, ਸਕੂਲ ਵਿੱਚ ਇਮਤਿਹਾਨ ਕਦੋਂ ਹੋਣੇ ਨੇ ਉਹਦੀਆਂ ਤਰੀਕਾਂ ਪਹਿਲੇ ਦੱਸੀਆਂ ਜਾਂਦੀਆਂ। ਜ਼ਿੰਦਗੀ ਵਿੱਚ ਕਦੋਂ ਇਮਤਿਹਾਨ ਪੈਣਾ ਪਤਾ ਹੀ ਕੋਈ ਨਹੀਂ, ਕਦੋਂ ਪਰਚਾ ਪੈ ਜਾਣਾ। ਉਦਾਂ ਤੇ ਪਰਚੀਆਂ ਚੋਂ ਫੇਲ ਹੀ ਆ, ਪਰ ਜੇ ਔਖੀ ਘੜੀ ਮੰਨ ਲਓ ਆ ਹੀ ਗਈ ਏ, ਅਚਾਨਕ ਜਿਹੜੀ ਔਖੀ ਘੜੀ ਆਈ ਏ ਨਾ, ਉਸ ਔਖੀ ਘੜੀ ਦੇ ਵਿੱਚੋਂ ਨਿਕਲਣ ਦੇ ਲਈ ਪਿਆਰਿਆ ਆਪਣੀ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਦੁਆਵਾਂ ਦਾ, ਅਸੀਸਾਂ ਦਾ, ਇਹ ਭਲਾਈ ਦਾ ਸਟਾਕ ਇਕੱਠਾ ਕਰਕੇ ਰੱਖ, ਤਾਂ ਜੋ ਅਚਾਨਕ ਔਖੀ ਘੜੀ ਜਦੋਂ ਤੇਰੇ ਉੱਤੇ ਬਣੇ ਤੇ ਇਹ ਅਸੀਸਾਂ ਸਹਿਜੇ ਤੈਨੂੰ ਔਖੀ ਘੜੀ ਤੋਂ ਬਚਾ ਲੈਣ। ਹਾਂਜੀ ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 657 658 ਅੰਗ ਦੇ ਉੱਤੇ ਦਰਜ ਮਾਧਵੇ। ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਆਪ ਇਹ ਸ਼ਬਦ ਦਾ ਗਾਇਨ ਕਰੀਏ, ਕੋਈ ਰਸਨਾ ਮੰਝੀ ਨਾ ਰਹੇ ਜੀ। ਮਾਧਵੇ ਕਿਆ ਕਹੀਏ ਭਰਮ ਐਸਾ, क्या कहिए भ्रम ऐसा। माधवे
क्या कहिए प्रम ऐसा माधवे, क्या कहिए प्रम ऐसा, क्या कहिए प्रम ऐसा, जैसा मनीए होए न तैसा, जैसा मनीए होए न तैसा, माधवे क्या कहिए प्रम ऐसा, क्या कहिए प्रम ऐसा। पढ़ो माधवे क्या कहिए प्रम ऐसा, क्या कहिए प्रम ऐसा। जब हम होते, जब हम होते, तब तू नाही, अब तू ही मैं नाही। जब हम होते तब तू नाही, अब तू ही मैं नाही। अनले अगम जैसे लहर में ओदद, जल केवल जल माही, जल केवल जल माही। माधवे क्या कहिए प्रम ऐसा, क्या कहिए प्रम ऐसा। पढ़ो माधवे क्या कहिए प्रम ऐसा, क्या कहिए प्रम ऐसा, जैसा मनीए होए न तैसा, जैसा मनीए होए न तैसा। नरपत एक सिंहासन सोया, सुपने पया भिखारी। नरपत एक सिंहासन सोया,
अक्षत राज बिशरत दुख पाया, सोगत पई हमारी जी, सोगत पई हमारी। माधवे क्या कहिए प्रम ऐसा, क्या कहिए प्रम ऐसा। माधवे माधवे क्या कहिए प्रम ऐसा, क्या कहिए प्रम ऐसा। जैसा मनिए होए न तैसा, जैसा मनिए होए न तैसा। राजपुयंग पर संग जैसे है, अब कछ मर्म जनाया। राजपुयंग पर संग जैसे है, अब कछ मर्म जनाया। अनक कटक जैसे फूल परे, अब कहते कहन न आया, अब कहते कहन न आया, कहन न आया। माधवे क्या कहिए प्रम ऐसा, क्या कहिए प्रम ऐसा। माधवे क्या कहिए प्रम ऐसा, क्या कहिए प्रम ऐसा। जैसा जानिए होए न तैसा, जैसा मानिए होए न तैसा, जैसा मानिए होए न तैसा, जैसा मानिए होए न तैसा। सर पे एक अनेक स्वामी, सब कट भोग वे सोई।
सर्वे एक अनेक स्वामी, सब कट भोग बैसाई। कह रविदास हाथ पहने रे, सहज होए सोई, सहज होए सोई, सहज होए सोई। माधवे क्या कहिए प्रम ऐसा, क्या कहिए प्रम ऐसा। माधवे माधवे क्या कहिए प्रम ऐसा, क्या कहिए प्रम ऐसा। जैसा माधवे क्या कहिए प्रम ऐसा, क्या कहिए प्रम ऐसा। माधवे क्या कहिए प्रम ऐसा, क्या कहिए सतनाम श्री वाहिगुरु, 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 सतनाम श्री वाहिगुरु। वाहिगुरु 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 सारे वाहिगुरु 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 वाहिगुरु
क्या कहिए भ्रम ऐसा, क्या कहिए भ्रम ऐसा। माधवे क्या कहिए भ्रम ऐसा, क्या कहिए भ्रम जैसा मनिए होए न तैसा, जैसा मनिए होए न तैसा। धन गुरु रामदास जी, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਭਗਤ ਜੀ ਅੱਜ ਦੇ ਸ਼ਬਦ ਦੇ ਵਿੱਚ ਵੇਖੋ ਕਿੱਡੀ ਵੱਡੀ ਸਾਨੂੰ ਸੁਮਤ ਦੇ ਰਹੇ ਨੇ। ਕਹਿੰਦੇ हे ਪਰਮੇਸ਼ਰ ਸਾਈਂ, हे ਮਾਇਆ ਦੇ ਸੁਆਮੀ, ਮੈਂ ਕੀ ਆਖਾਂ, ਇਹ ਏਡਾ ਵੱਡਾ ਭੁਲੇਖਾ ਸਾਡੇ ਅੰਦਰ ਪਿਆ ਹੋਇਆ ਹੈ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਏਡਾ ਵੱਡਾ ਭੁਲੇਖਾ ਸਾਡੇ ਜੀਵਾਂ ਦੇ ਅੰਦਰ, ਸੰਸਾਰੀ ਲੋਕਾਂ ਦੇ ਅੰਦਰ ਪਿਆ ਜਿਹੜਾ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਿਹੜਾ ਭੁਲੇਖਾ ਸਾਡੇ ਅੰਦਰ ਬੜਾ ਵੱਡਾ ਪਿਆ ਕਿ ਅਸੀਂ ਜੋ ਮੰਨੀ ਬੈਠੇ ਆ ਨਾ, ਅਸੀਂ ਕੀ ਮੰਨਦੇ ਆ, ਇਹ ਜਿਹੜਾ ਜਗਤ ਹੈ ਤੂੰ ਇਹਦੇ ਤੋਂ ਵੱਖਰਾ ਹੈ, ਇਹ ਜਗਤ ਵੱਖਰਾ ਹੈ, ਤੇਰੀ ਕੋਈ ਵੱਖਰੀ ਹਸਤੀ ਹੈ। ਇਹ ਬੜਾ ਵੱਡਾ ਭੁਲੇਖਾ ਸਾਡੇ ਸੰਸਾਰੀ ਲੋਕਾਂ ਦੇ ਅੰਦਰ ਪਿਆ ਜਿਹੜਾ ਠੀਕ ਨਹੀਂ ਹੈ। ਜੈਸਾ ਮਾਨੀਏ, ਜਿਹੋ ਜਿਹਾ ਅਸੀਂ ਮੰਨਦੇ ਆ ਨਾ ਕਿ ਜਗਤ ਵੱਖਰਾ ਹੈ, ਤੁਸੀਂ ਵੱਖਰੇ ਹੋ, ਇਹ ਜਿਹੜਾ ਭੁਲੇਖਾ ਸਾਡੇ ਅੰਦਰ ਪਿਆ, ਜੈਸਾ ਮਾਨੀਏ ਹੋਏ ਨਾ ਤੈਸਾ, ਇਹ ਠੀਕ ਗੱਲ ਨਹੀਂ। ਤੇ ਹੁਣ ਇਹ ਭੁਲੇਖੇ ਨੂੰ ਕੱਢਣ ਦਾ ਯਤਨ ਕਰ ਰਹੇ ਨੇ ਇਸ ਸ਼ਬਦ ਦੇ ਦੁਆਰਾ ਭਗਤ ਰਵਿਦਾਸ ਜੀ। ਉਹ ਕਿਵੇਂ ਯਤਨ ਕਰ ਰਹੇ, ਪਹਿਲੀਆਂ ਪੰਕਤੀਆਂ ਦੇ ਵਿੱਚ ਕੀ ਫਰਮਾਇਆ, ਇਹ ਉਹੀ ਸ਼ਬਦ ਹੈ ਜਿਹੜਾ ਅਸੀਂ ਪਿਛਲੇ ਵੀਰਵਾਰ ਦੇ ਦੀਵਾਨ ਦੇ ਵਿੱਚ ਛੱਡਿਆ ਸੀ। ਤੇ ਮੇਰੇ ਮਨ ਦੀ ਭਾਵਨਾ ਹੈ ਅੱਜ ਸਤਿਗੁਰੂ ਇਹ ਸ਼ਬਦ ਆਪ ਹੀ ਕਿਰਪਾ ਕਰਕੇ ਸੰਪੂਰਨਤਾਈ ਵੱਲ ਵਧਾਉਣ, ਮਿਹਰਾਂ ਕਰਨ। ਮੈਂ ਬੇਨਤੀ ਕਰਦਾ, ਪੜਿਓ ਜੀ ਪਿਆਰ। जब हम होते तब तू नाही, अब तू ही मैं नाही। ਭਗਤ ਜੀ ਕਹਿੰਦੇ ਕਹਿੰਦੇ ਜਦ ਤੱਕ ਬੰਦੇ ਦੇ ਅੰਦਰ ਈਗੋ ਹੈ, ਮੈਂ ਹੈ, ਅਹੰਕਾਰ ਹੈ, ਆਪਾ ਭਾਵ ਹੈ, ਉਦੋਂ ਤੱਕ ਪਰਮੇਸ਼ਰ ਸਾਈਂ ਇਹਦੇ ਅੰਦਰ ਵਸ ਨਹੀਂ ਸਕਦਾ। ਤੇ ਜਦੋਂ ਉਹਦਾ ਨਾਮ ਵਸ ਜਾਂਦਾ, ਜਦੋਂ ਪਰਮੇਸ਼ਰ ਆ ਕੇ ਅੰਦਰ ਨਿਵਾਸ ਕਰ ਦਿੰਦਾ, ਜਦੋਂ ਤੂੰ ਆ ਗਿਆ ਉਦੋਂ ਫਿਰ ਮੈਂ ਦੀ ਜਗ੍ਹਾ ਨਹੀਂ। ਜਦ ਤੱਕ ਮੈਂ ਹੈ ਉਦੋਂ ਤੱਕ ਤੂੰ ਨਹੀਂ ਵਸਦਾ, ਤੇ ਜਦ ਤੂੰ ਆ ਕੇ ਵਸ ਜਾਂਦਾ ਹੈ ਨਾ, ਫਿਰ ਮੈਂ ਦੀ ਕੋਈ ਥਾਂ ਨਹੀਂ ਰਹਿੰਦੀ, ਮੈਂ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਹ ਬੜੀ ਵੱਡੀ ਪ੍ਰੋਬਲਮ ਹੈ ਇਨਸਾਨ ਦੇ ਜੀਵਨ ਦੇ ਵਿੱਚ। ਕਿਹੜੀ ਪ੍ਰੋਬਲਮ, ਕਿਹੜੀ ਸਮੱਸਿਆ ਸਭ ਤੋਂ ਵੱਡੀ ਹੈ? ਹਉਮੈ ਦੀ ਸਮੱਸਿਆ। ਇਹ ਹਉਮੈ ਦਾ ਰੋਗ ਬੜਾ ਹੀ ਵੱਡਾ, ਤਾਂ ਹੀ ਕਰਕੇ ਮਹਾਂਪੁਰਖ ਪੜਾਉਂਦੇ ਸੀ, ਕਿਤੇ ਲੱਗ ਨਾ ਕਿਸੇ ਨੂੰ ਜਾਵੇ ਹਉਮੈ ਵਾਲਾ ਰੋਗ ਬੁਰਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਜੱਜਾ ਜਾਣੇ ਹਉ ਕੁਛ ਹੁਆ। ਕਹਿੰਦੇ ਜਦੋਂ ਬੰਦਾ ਸਮਝਣ ਲੱਗ ਪੈਂਦਾ ਨਾ ਮੈਂ ਕੁਝ ਬਣ ਗਿਆ, ਜੱਜਾ ਜਾਣੈ ਹਉ ਕੁਛ ਕਛ ਹੁਆ, ਬਾਂਦਿਓ ਜਿਉ ਨਲਨੀ ਭਰਮ ਸੂਆ। ਕਹਿੰਦੇ ਉਹ ਇਸ ਹਉਮੈ ਦੇ ਵਿੱਚ ਇਉਂ ਵੱਜ ਜਾਂਦਾ ਜਿਵੇਂ ਤੋਤਾ ਚੋਗੇ ਦੇ ਭੁਲੇਖੇ ਦੇ ਵਿੱਚ ਨਲਨੀ ਦੇ ਵਿੱਚ ਫੜਿਆ ਜਾਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਆ ਭੁਲੇਖਾ ਬੰਦੇ ਨੂੰ ਫਿਰ ਸਦਾ ਵਾਸਤੇ ਗੁਲਾਮ ਬਣਾ ਕੇ ਰੱਖਦਾ। ਕਿਹੜਾ ਭੁਲੇਖਾ? ਕਿ ਮੈਂ ਕੁਝ ਬਣ ਗਿਆ। ਜਦੋਂ ਬੰਦਾ ਆਪਣੇ ਆਪ ਨੂੰ, ਜਦੋਂ ਆਪਣੀ ਹਸਤੀ ਸਮਝਣ ਲੱਗ ਪੈਂਦਾ ਨਾ, ਮੈਂ ਕੋਈ ਹਸਤੀ ਬਣ ਗਿਆ, ਫਿਰ ਇਹ ਧੋਖਾ ਖਾਂਦਾ। ਫਿਰ ਇਥੋਂ ਵੀ ਠੋਕਰਾਂ ਪੈਂਦੀਆਂ ਨੇ, ਪਰਮੇਸ਼ਰ ਦੀ ਦਰਗਾਹ ਵਿੱਚੋਂ ਵੀ ਠੋਕਰਾਂ ਇਹਨੂੰ ਪੈਂਦੀਆਂ ਨੇ। ਜੱਜਾ ਜਾਣੈ ਹਾਂ ਕਛ ਹੁਆ, ਬਾਂਦਿਓ ਜਿਉ ਨਲਨੀ ਭਰਮ ਸੂਆ। ਅੱਗੇ ਸਾਹਿਬ ਕਹਿੰਦੇ ਜੋ ਜਾਣੇ ਹਾਂ ਭਗਤ ਗਿਆਨੀ,
ਜਿਹੜਾ ਮਨੁੱਖ ਸਮਝਦਾ ਮੈਂ ਬੜਾ ਵੱਡਾ ਭਗਤ ਬਣ ਗਿਆ, ਮੈਂ ਬੜਾ ਵੱਡਾ ਗਿਆਨਵਾਨ ਬਣ ਗਿਆ, ਮੇਰੇ ਵਰਗਾ ਗਿਆਨੀ ਦੂਜਾ ਹੈ ਹੀ ਕੋਈ ਨਹੀਂ, ਆਗੇ ਠਾਕੁਰ ਤਿਲ ਨਹੀਂ ਮਾਨੀ। ਪਿਆਰਿਓ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹੋ ਜਿਹੇ ਹੰਕਾਰ ਕਰਨ ਵਾਲੇ ਬੰਦੇ ਦਾ ਰੱਤੀ ਭਰ ਵੀ ਮੁੱਲ ਨਹੀਂ ਜੀ ਪੈਂਦਾ। ਇਹ ਅਹੰਕਾਰ ਏਡੀ ਵੱਡੀ ਦੀਵਾਰ ਹੈ ਜਿਹੜੀ ਪਰਮੇਸ਼ਰ ਤੋਂ ਦੂਰੀ ਬਣਾ ਦਿੰਦੀ ਹੈ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਹੰਕਾਰ ਇਹੋ ਜੀ ਦੀਵਾਰ ਹੈ ਜਿਹੜੀ ਪਰਮੇਸ਼ਰ ਤੋਂ ਦੂਰੀ ਬਣਾ ਦਿੰਦੀ ਹੈ, ਤੇ ਇਹਦੇ ਉਲਟ ਨਿਮਰਤਾ ਇੱਕ ਇਹੋ ਜਿਹਾ ਖਜ਼ਾਨਾ ਹੈ ਜਿਹੜਾ ਪਰਮੇਸ਼ਰ ਦੇ ਚਰਨਾਂ ਤੋਂ ਵਿਛੜੇ ਹੋਇਆਂ ਦਾ ਵੀ ਉਹਦੇ ਚਰਨਾਂ ਦੇ ਨਾਲ ਮੇਲ ਕਰਾ ਦਿੰਦਾ ਹੈ। ਆਖੋ ਵਾਹਿਗੁਰੂ ਜੀ। ਨਿਮਰਤਾ ਮੇਲ ਕਰਾ ਦਿੰਦੀ ਹੈ, ਹਉਮੈ ਵਿਛੋੜਾ ਪਾਉਂਦੀ ਹੈ। ਜਿੰਨਾ ਵੀ ਹੋ ਸਕੇ ਪਿਆਰਿਓ, ਇਹ ਹਉਮੈ ਦੀ ਪੜ੍ਹਾਈ ਦਾ ਤਿਆਗ ਕਰੀਏ। ਜਿੰਨਾ ਅਸੀਂ ਆਪਣੀ ਹੰਗਤਾ ਦੇ ਵਿੱਚ ਫਿਰਦੇ ਆ ਨਾ, ਉਹਨਾਂ ਤੂੰ ਹੀ ਦੀ ਪੜ੍ਹਾਈ ਵਿੱਚ ਫਿਰੀਏ। ਮੈਂ ਕਹਿੰਦਾ ਕਿਆ ਹੀ ਬਾਤ ਬਣ ਜੇ, ਕਿੰਨੀ ਨੇੜਤਾ ਸਾਡੀ ਸਤਿਗੁਰਾਂ ਦੇ ਚਰਨਾਂ ਨਾਲ ਬਣ ਜੇ। ਅੱਗੇ ਸਾਹਿਬ ਕਹਿੰਦੇ ਜੋ ਜਾਣੇ ਮੈਂ ਕਥਨੀ ਕਰਤਾ। ਜਿਹੜਾ ਕੋਈ ਬੰਦਾ ਸਮਝਣ ਲੱਗ ਪਵੇ, ਸਾਡੀ ਕੈਟਾਗਰੀ ਦੀ ਗੱਲ ਕਰਤੀ, ਕਹਿੰਦੇ ਕੋਈ ਸਮਝਣ ਲੱਗ ਪਏ ਮੈਂ ਬੜੀ ਵੱਡੀ ਵਧੀਆ ਕਥਾ ਕਰਦਾ ਵਾਂ, ਬੜੀ ਪਿਆਰੀ ਵਿਆਖਿਆ ਕਰਦਾ ਵਾਂ, ਜੋ ਜਾਣੇ ਮੈਂ ਕਥਨੀ ਕਰਤਾ, ਵਿਆਪਾਰੀ ਬਸਦਾ ਜਿਉਂ ਫਿਰਤਾ। ਕਹਿ ਦਿਓ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਤੇ ਵਪਾਰੀਆਂ ਵਾਂਗ ਹੀ ਧਰਤੀ ਤੇ ਤੁਰਿਆ ਫਿਰਦਾ। ਪਹਿਲੇ ਸਮਿਆਂ ਦੇ ਵਿੱਚ ਤੁਸੀਂ ਨੋਟ ਕੀਤਾ ਹੋਵੇਗਾ, ਪਿੰਡਾਂ ਦੇ ਵਿੱਚ, ਸਾਡੇ ਸ਼ਹਿਰਾਂ ਦੇ ਵਿੱਚ ਕਸ਼ਮੀਰ ਤੋਂ ਆਉਂਦੇ ਸੀ ਕਸ਼ਮੀਰੀ ਲੋਕ, ਸੋਹਣੇ ਜੋ ਸ਼ੌਲ ਲੈ ਕੇ, ਕਸ਼ਮੀਰੀ ਲੋਈਆਂ ਲੈ ਕੇ, ਬੜੀਆਂ ਕੀਮਤੀ ਲੋਈਆਂ ਉਹਨਾਂ ਨੇ ਵੇਚਣ ਵਾਸਤੇ ਆਪਣੇ ਮੋਢਿਆਂ ਤੇ ਟੰਗੀਆਂ ਹੁੰਦੀਆਂ ਸੀ ਜਾਂ ਆਪਣੀ ਗੱਠੜੀ ਦੇ ਵਿੱਚ ਪਾਈਆਂ ਹੁੰਦੀਆਂ ਸੀ। ਬੜੀਆਂ ਕੀਮਤੀ ਲੋਈਆਂ ਨੇ ਉਹਨਾਂ ਦੇ ਕੋਲ ਵੇਚਣ ਦੇ ਲਈ, ਪਰ ਆਪ ਉਹਨਾਂ ਦੇ ਮੋਢੇ ਦੇ ਉੱਤੇ ਵੇਖੋ, ਆਪ ਕੋਈ ਚੱਜ ਦੀ ਉਹਨਾਂ ਨੇ ਲੋਈ ਨਹੀਂ ਸੀ ਲਈ ਹੁੰਦੀ। ਵੇਚਣ ਦੇ ਲਈ ਚੰਗੀਆਂ ਲੋਈਆਂ ਨੇ, ਪਰ ਹੰਡਾਉਣ ਵਾਸਤੇ ਨਹੀਂ। ਬਸ ਆਹੀ ਹਿਸਾਬ ਸਾਡੇ ਲਈ, ਬੋਲਣ ਲਈ ਸਭ ਕੁਝ ਹੈ ਪਰ ਕਮਾਉਣ ਲਈ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਬੋਲਣਾ ਤੇ ਸਾਰੇ ਜਾਣਦੇ ਆ, ਉਪਦੇਸ਼ ਦੇਣਾ ਤੇ ਸਾਰੇ ਜਾਣਦੇ ਆ, ਪਰ ਕਮਾਉਣ ਦੀ ਜਦੋਂ ਗੱਲ ਆਵੇ ਫਿਰ ਗੱਲ ਨਹੀਂ ਬਣਦੀ, ਅੱਖਾਂ ਨੀਵੀਆਂ ਪੈ ਜਾਂਦੀਆਂ ਨੇ। ਸਾਡਾ ਵੀ ਹਾਲ ਉਹ ਵਪਾਰੀਆਂ ਵਾਂਗ ਹੈ ਜਿਹੜੇ ਵਪਾਰੀ ਬਾਹਰੋਂ ਆਉਂਦੇ ਨੇ, ਕੀਮਤੀ ਚੀਜ਼ਾਂ ਵੇਚਦੇ ਨੇ। ਪਹਿਲੇ ਸਮਿਆਂ ਦੇ ਵਿੱਚ ਬਦਾਮ, ਗਿਰੀਆਂ, ਇਹ ਕਾਜੂ, ਇਹ ਕਿਸ਼ਮਿਸ਼, ਇਹ ਚੀਜ਼ਾਂ ਵੀ ਵੇਚਣ ਲਈ ਆਉਂਦੇ ਸੀ। ਤੇ ਪਿਆਰਿਓ, ਕਰਨਾ ਕੀ, ਇਹ ਚੀਜ਼ਾਂ ਦਾ ਵਪਾਰ ਉਹਨਾਂ ਨੇ ਕਰਨਾ, ਪਰ ਸ਼ਾਮ ਨੂੰ ਉਹ ਚੀਜ਼ ਖਾਣੀ ਨਹੀਂ। ਜਿਸ ਪਿੰਡ ਦੇ ਵਿੱਚ ਗਏ ਹੋਣਾ, ਜਿਸ ਘਰ ਦੇ ਬਾਹਰ ਬਹਿਣਾ, ਘਰ ਵਾਲਿਆਂ ਨੂੰ ਕਹਿ ਦੇਣਾ ਜੀ ਸਾਡੀ ਅੱਜ ਦੀ ਰਾਤ ਦੀ ਰੋਟੀ ਦਾ ਪ੍ਰਬੰਧ ਤੁਸੀਂ ਕਰ ਦੇਣਾ। ਕੀਮਤੀ ਚੀਜ਼ਾਂ ਪਈਆਂ ਨੇ, ਵੇਚਣ ਦੇ ਲਈ ਨੇ, ਪਰ ਖਾ ਨਹੀਂ ਸਕਦਾ ਉਹ ਬੰਦਾ, ਉਹ ਵਪਾਰੀ ਖਾ ਨਹੀਂ ਰਿਹਾ। ਸਾਡਾ ਵੀ ਹਾਲ ਕਿਤੇ ਇਹੋ ਜਿਹਾ ਨਾ ਬਣ ਜੇ ਜੀ ਮੈਂ ਬੜਾ ਵਧੀਆ ਵਿਆਖਿਆਕਾਰ ਬਣ ਗਿਆ, ਮੈਂ ਬੜੀ ਸੋਹਣੀ ਕਥਾ ਕਰਨੀ ਜਾਣਦਾ ਵਾਂ, ਮੈਂ ਕਥਾ ਕਰਨੀ ਸਿੱਖ ਤੇ ਗਿਆ ਵਾਂ, ਵਖਿਆਨ ਕਰਨਾ ਸਿੱਖ ਤੇ ਗਿਆ ਵਾਂ। ਪਰ ਗੱਲ ਤੇ ਉਦੋਂ ਬਣਨੀ ਜਦੋਂ ਇਹ ਕੀਤੇ ਹੋਏ ਵਖਿਆਨ ਨੂੰ, ਕੀਤੀ ਹੋਈ ਕਥਾ ਨੂੰ ਥੋੜਾ ਬਹੁਤ ਅਸੀਂ ਕਮਾਉਣ ਦਾ ਯਤਨ ਕਰਾਂਗੇ। ਪਰ ਕਹਿੰਦੇ ਜੇ ਕਮਾਉਂਦਾ ਨਹੀਂ ਨਾ, ਤੇਰਾ ਹਾਲ ਵੀ ਪਿਆਰਿਆ ਉਹ ਫੇਰੀ ਵਾਲੇ ਵਪਾਰੀ ਵਾਂਗੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਿਵੇਂ ਉਹ ਸੌਦਾ ਦੂਜਿਆਂ ਨੂੰ ਤੇ ਵੇਚਦਾ ਪਰ ਆਪ ਨਹੀਂ ਵਰਤਦਾ, ਤੂੰ ਹੋਰਨਾਂ ਨੂੰ ਪਿਆਰਿਆ ਆਤਮਿਕ ਗਿਆਨ ਤੇ ਦੇਣਾ, ਪਰ ਆਤਮਿਕ ਗਿਆਨ ਦੇ ਆਨੰਦ ਦਾ ਤੈਨੂੰ ਪਤਾ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਸਾਹਿਬ ਕਹਿੰਦੇ ਸਾਧ ਸੰਗ ਜੈ ਹਉਮੈ ਮਾਰੀ। ਜਿਹੜੇ ਬੰਦੇ ਨੇ ਸੰਗਤ ਵਿੱਚ ਆ ਕੇ ਮਹਾਂਪੁਰਖਾਂ ਦੀ ਕਮਾਈ ਵਾਲਿਆਂ ਦੀ, ਰੰਗ ਰਤੜਿਆਂ ਦੀ ਸੰਗਤ ਵਿੱਚ ਬਹਿ ਕੇ ਆਪਣੀ ਹਉਮੈ ਦਾ ਨਾਸ ਕਰ ਦਿੱਤਾ, ਫਿਰ ਕਹਿੰਦੇ ਨਾਨਕ ਤਾਂ ਕੋ ਮਿਲੇ ਮੁਰਾਰੀ। ਕਹਿੰਦੇ ਉਹਨਾਂ ਨੂੰ ਫਿਰ ਇਸ ਧਰਤੀ ਦੇ ਉੱਤੇ ਆ ਕੇ ਮਨੁੱਖਾ ਜਾਮਾ ਉਹਨਾਂ ਨੇ ਧਾਰਨ ਕੀਤਾ ਹੋਇਆ, ਹਉਮੈ ਮਾਰ ਲਈ। ਤੇ ਇਹ ਮਨੁੱਖਾ ਜਨਮ ਨੂੰ ਧਾਰਨ ਕਰਨ ਦਾ ਬੜਾ ਵੱਡਾ ਮਹਾਤਮ ਉਹਨਾਂ ਦੀ ਝੋਲੀ 'ਚ ਪੈ ਗਿਆ ਕਿ ਪਰਮੇਸ਼ਰ ਦਾ ਮਿਲਾਪ ਉਹਨਾਂ ਨੂੰ ਹੋ ਗਿਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਦੀਪ ਜਦ ਸਿੰਘ ਤੱਕ ਜੀ। ਬੰਦਾ ਹਉਮੈ ਨੂੰ ਨਹੀਂ ਮਾਰਦਾ, ਉਦੋਂ ਤੱਕ ਮੁਰਾਰੀ ਉਹਨੂੰ ਮਿਲ ਹੀ ਨਹੀਂ ਸਕਦਾ। ਇਹ ਵਿਰੋਧਤਾ ਇੱਕ ਦੂਜੇ ਦੀ। ਹੁਣ ਤੁਸੀਂ ਦੱਸੋ, ਕਾਂਜੀ ਤੇ ਦੁੱਧ ਇੱਕ ਜਗ੍ਹਾ ਤੇ ਕਿਵੇਂ ਰਹਿ ਜਾਣਗੇ? ਇਹ ਇੱਕ ਦੂਜੇ ਦੇ ਉਲਟ ਚੀਜ਼ਾਂ ਨੇ ਪਿਆਰਿਓ। ਇਸੇ ਤਰ੍ਹਾਂ ਨਾਮ ਤੇ ਹਉਮੈ, ਇਹ ਦੋਨੋਂ ਇੱਕ ਦੂਜੇ ਦੇ ਅਨੁਕੂਲ ਚੀਜ਼ਾਂ ਨਹੀਂ।
ਮਹਾਰਾਜ ਨੇ ਬਾਣੀ ਦੇ ਵਿੱਚ ਫਰਮਾਇਆ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਹਉਮੈ ਨਾਵੇਂ ਨਾਲ ਵਿਰੋਧ ਖੈ, ਦੋਏ ਨਾ ਵਸੈ ਇੱਕ ਥਾਂ। ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਇਹ ਮੇਰੀ ਬੇਨਤੀ ਹੈ, ਬੇਨਤੀ ਪਿਆਰਿਓ, ਇਹ ਹਉਮੈ ਦਾ ਜਿੰਨਾ ਵੀ ਹੋ ਸਕੇ ਤਿਆਗ ਕਰੀਏ। ਕੋਈ ਚੰਗਾ ਕੀਰਤਨ ਹੋ ਗਿਆ, ਕਥਾ ਹੋ ਗਈ, ਕੋਈ ਤੇਰੇ ਕੋਲੋਂ ਸਤਿਗੁਰਾਂ ਨੇ ਸੇਵਾ ਲੈ ਲਈ, ਇੱਕ ਪਾਠ ਜਪਜੀ ਸਾਹਿਬ ਦਾ ਵੱਧ ਕਰਕੇ ਸ਼ੁਕਰਾਨਾ ਕਰ ਦਿੱਤੇ ਆ। ਸ਼ੁਕਰ ਹੈ ਤੂੰ ਮੈਂ ਗਰੀਬ ਨੂੰ ਇਸ ਯੋਗ ਬਣਾ ਦਿੱਤਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਖੈ ਪਿਆ, ਕਿਰਤ ਫਿਰਾਏ। ਕਹਿੰਦੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਏ। ਇਹ ਵੱਡਾ ਬੜਾ ਪੁਰਾਣਾ ਰੋਗ ਹੈ, ਲਾ ਇਲਾਜ ਬਿਮਾਰੀ ਨਹੀਂ ਹੈ। ਦੀਰਘ ਰੋਗ ਹੈ, ਪੁਰਾਣਾ ਰੋਗ ਹੈ, ਪਰ ਇਲਾਜ ਵੀ ਇਹਦੇ ਵਿੱਚ ਹੀ ਹੈ। ਇਹ ਕੋਈ ਲਾ ਇਲਾਜ ਨਹੀਂ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਕਹਿੰਦੇ ਦਾਰੂ ਕੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਕਹਿੰਦੇ ਜੇ ਕਿਤੇ ਗੁਰੂ ਰਾਮਦਾਸ ਆਪਣੀ ਮਿਹਰ ਕਰ ਦੇਣ ਨਾ, ਆਪਣੀ ਪਿਆਰ ਦੀ ਨਜ਼ਰ ਦੇ ਦੇਣ, ਤੇ ਕਹਿੰਦੇ ਜਦੋਂ ਉਹਦੀ ਨਜ਼ਰ ਦਾ ਪਾਤਰ ਬੰਦਾ ਬਣ ਜਾਂਦਾ ਹੈ ਨਾ, ਤੇ ਉਹਦੀ ਨਜ਼ਰ ਕਰਾਉਂਦੀ ਕੀ ਹੈ? ਬੰਦੇ ਦੇ ਕੋਲੋਂ ਸ਼ਬਦ ਦੀ ਕਮਾਈ ਕਰਵਾਉਣ ਲੱਗ ਪੈਂਦੀ ਹੈ। ਤੇ ਜਿਉਂ-ਜਿਉਂ ਬੰਦਾ ਗੁਰ ਸ਼ਬਦ ਦੀ ਕਮਾਈ ਕਰਦਾ, ਤਿਉਂ-ਤਿਉਂ ਇਹਦੇ ਅੰਦਰਲਾ ਹੰਕਾਰ ਦੂਰ ਹੁੰਦਾ ਜਾਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਦ ਤੱਕ ਬੰਦਾ ਉਹਦੀ ਮਿਹਰ ਦਾ ਸਦਕਾ ਸ਼ਬਦ ਦੀ ਕਮਾਈ ਨਹੀਂ ਨਾ ਕਰੇਗਾ ਪਿਆਰਿਓ, ਇਹ ਹਉਮੈ ਦਾ ਰੋਗ ਵੱਧਦਾ ਹੀ ਜਾਏਗਾ। ਹਉਮੈ ਏਡੀ ਭੈੜੀ ਬਿਮਾਰੀ ਹੈ, ਏਡੀ ਭੈੜੀ ਬਿਮਾਰੀ। ਬੰਦੇ ਦਾ ਮੰਨ ਲਓ ਕਿਸੇ ਬੰਦੇ ਨੂੰ ਕੋਈ ਸਰੀਰਕ ਰੋਗ ਲੱਗਿਆ, ਹੁਣ ਉਸ ਬੰਦੇ ਦੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਗਿਆ। ਜਦੋਂ ਬੰਦਾ ਮਰ ਗਿਆ, ਅਗਨ ਭੇਟ ਹੋਇਆ ਪਿਆਰਿਓ, ਉਹ ਜਿਹੜੇ ਸੈੱਲ ਨੇ ਬਿਮਾਰੀ ਵਾਲੇ, ਉਹ ਨਾਲ ਹੀ ਸੜ ਕੇ ਸੁਆਹ ਹੋ ਜਾਂਦੇ ਨੇ। ਬੰਦਾ ਮਰਿਆ, ਬੜੀ ਭਿਆਨਕ ਬਿਮਾਰੀ ਸੀ, ਉਸ ਬਿਮਾਰੀ ਕਰਕੇ ਮੰਨ ਲਓ ਮਰ ਗਿਆ। ਉਸ ਬੰਦੇ ਦੇ ਸਰੀਰ ਨੂੰ ਮਿੱਟੀ ਵਿੱਚ ਜਦੋਂ ਦਫਨ ਕੀਤਾ ਗਿਆ, ਉਹ ਜਿਹੜੇ ਬਿਮਾਰੀ ਵਾਲੇ ਸੈੱਲ ਸੀ, ਉਹ ਬਿਮਾਰੀ ਵੀ ਵਿੱਚੇ ਨਾਲ ਹੀ ਦਫਨ ਹੋ ਗਈ। ਪਰ ਸਾਹਿਬ ਕਹਿੰਦੇ ਇਹ ਹਉਮੈ ਦੀ ਭੈੜੀ ਬਿਮਾਰੀ ਇੰਨੀ ਜ਼ਿਆਦਾ, ਇਹ ਵੱਡੀ ਬਿਮਾਰੀ ਹੈ, ਏਡੀ ਪੁਰਾਣੀ ਬਿਮਾਰੀ, ਏਡੀ ਭਿਆਨਕ ਬਿਮਾਰੀ ਹੈ। ਬੰਦਾ ਮਰ ਵੀ ਜਾਂਦਾ ਹੈ ਨਾ, ਅਗਲਾ ਜਨਮ ਜਦੋਂ ਬੰਦੇ ਨੂੰ ਮਿਲਦਾ, ਇਹ ਹਉਮੈ ਦੀ ਬਿਮਾਰੀ ਉਦੋਂ ਨਾਲ ਹੀ ਮਿਲ ਜਾਂਦੀ ਹੈ। ਆਖੋ ਵਾਹਿਗੁਰੂ ਜੀ। ਤਾਂ ਹੀ ਤੇ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਖਵਾਸਿਆ। ਇਹ ਮੇਰੀ ਬੇਨਤੀ ਹੈ ਪਿਆਰਿਓ, ਜਦ ਤੱਕ ਗੁਰ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਆਪਣੀ ਨਜ਼ਰ ਨਹੀਂ ਕਰਦੇ, ਉਦੋਂ ਤੱਕ ਬੰਦਾ ਗੁਰ ਸ਼ਬਦ ਦੀ ਕਮਾਈ ਨਹੀਂ ਕਰ ਸਕਦਾ। ਜਦ ਤੱਕ ਗੁਰ ਸ਼ਬਦ ਦੀ ਕਮਾਈ ਨਾ ਕਰੇ, ਉਦੋਂ ਤੱਕ ਅੰਦਰੋਂ ਹਉਮੈ ਜਾ ਨਹੀਂ ਸਕਦੀ। ਤੇ ਅੱਜ ਪਿਤਾ ਜੀ ਨੂੰ ਕਹੋ ਨਾ, ਪਿਤਾ ਜੀ ਕਿਰਪਾ ਕਰੋ, ਆਪਣੀ ਨਜ਼ਰ ਦਾ ਖਾਤਾ ਮੈਂ ਗਰੀਬ ਦੇ ਉੱਤੇ ਵੀ ਖੋਲ ਦਿਓ। ਤੇ ਗੱਲਾਂ ਬਾਤਾਂ ਨਾਲ ਨਹੀਂ ਖੋਲਣਾ, ਮੈਂ ਕਹੀ ਜਾਵਾਂ ਉਹ ਖਾਤਾ ਖੋਲ ਦੇ, ਹਾਂ ਉਹਦਾ ਤਰਸ ਵਰਤ ਜਾਵੇ, ਉਹ ਗੱਲ ਵੱਖਰੀ ਹੈ। ਪਰ ਜੇ ਚਾਹੁੰਦਾ ਨਜ਼ਰ, ਤੇ ਇਸ ਨਜ਼ਰ ਨੂੰ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਨਿਤਨੇਮ ਵਧਾ, ਵੱਧ ਤੋਂ ਵੱਧ ਬਾਣੀ ਦੇ ਪਹਿਰੇ ਲਾ, ਵੱਧ ਤੋਂ ਵੱਧ ਸੇਵਾ ਕਰ ਗੁਰੂ ਘਰ 'ਚ ਜਾ ਕੇ, ਕਿ ਦਾਤਿਆ ਇੱਕ ਨਜ਼ਰ ਮਿਹਰ ਦੀ ਕਰ ਦੇ। ਜਦੋਂ ਉਹ ਕਿਤੇ ਮਿਹਰ ਦੀ ਨਜ਼ਰ ਕਰੇ, ਮਿਹਰ ਦੀ ਨਜ਼ਰ ਜਦੋਂ ਉਹ ਕਰਦਾ, ਤੇ ਬੰਦਾ ਗੁਰ ਸ਼ਬਦ ਦੀ ਕਮਾਈ ਕਰਦਾ। ਤੇ ਜਦੋਂ ਗੁਰ ਸ਼ਬਦ ਦੀ ਕਮਾਈ ਕਰਦਾ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਕਹਿੰਦੇ ਆਹ ਤਰੀਕੇ ਦੇ ਨਾਲ ਆ ਭਿਆਨਕ ਜਿਹੜਾ ਦੀਰਘ ਰੋਗ ਹੈ ਨਾ, ਇਹ ਦੂਰ ਹੋ ਸਕਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਾਹਿਬ ਭਗਤ ਰਵਿਦਾਸ ਜੀ ਦੀ ਰਸਨਾ ਤੇ ਬਿਰਾਜਮਾਨ ਹੋ ਕੇ ਪਰਮੇਸ਼ਰ ਸਾਈਂ ਨਿਰੰਕਾਰ ਗੁਸਾਈ ਬਚਨ ਕਰ ਰਹੇ। ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਹਿੰਦੇ ਜਦ ਤੱਕ ਬੰਦੇ ਦੇ ਅੰਦਰ ਹਉਮੈ ਰਹਿੰਦੀ ਏ, ਉਦੋਂ ਤੱਕ ਉਹ ਨਿਵਾਸ ਨਹੀਂ ਕਰਦਾ। ਤੇ ਜਦੋਂ ਉਹ ਪ੍ਰਤੱਖ ਹੁੰਦਾ ਹੈ, ਤੇ ਫਿਰ ਸਾਡੀ ਮੈਂ ਦੂਰ ਹੋ ਜਾਂਦੀ, ਸਾਡੀ ਈਗੋ ਦੂਰ ਹੋ ਜਾਂਦੀ, ਸਾਡਾ ਅਹੰਕਾਰ ਦੂਰ ਹੋ ਜਾਂਦਾ ਹੈ। ਅੱਗੇ ਜੀ। अनल अगम जैसे लहर में उदद, जल केवल जल माही। ਕਹਿੰਦੇ ਤੂਫਾਨ ਆਇਆ ਬਹੁਤ ਜ਼ਿਆਦਾ ਤੂਫਾਨ ਆਉਣ ਦੇ ਕਰਕੇ ਸਮੁੰਦਰ ਲਹਿਰਾਂ ਦੇ ਨਾਲ ਨੱਕਾ ਨੱਕ ਭਰ ਗਿਆ।
ਜਦੋਂ ਲਹਿਰਾਂ ਨਾਲ ਨੱਕਾਂ ਨੱਕ ਭਰਿਆ, ਵੇਖਣ ਵਾਲਿਆਂ ਨੇ ਕਿਹਾ ਜੀ ਇਹ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠ ਰਹੀਆਂ ਨੇ ਤੇ ਕਈ ਅਣਜਾਣ ਬੰਦਿਆਂ ਨੇ ਲਹਿਰਾਂ ਨੂੰ ਸਮੁੰਦਰ ਤੋਂ ਵੱਖਰਾ ਸਮਝ ਲਿਆ। ਪਰ ਜਦੋਂ ਤੂਫਾਨ ਥੰਮ ਗਿਆ, ਅਸਲ ਵਿੱਚ ਹੋਇਆ ਕਿ ਉਹ ਲਹਿਰਾਂ ਫਿਰ ਪਾਣੀ ਦੇ ਵਿੱਚ ਸਮਾ ਗਈਆਂ ਤੇ ਫਿਰ ਵੇਖਣ ਵਾਲਿਆਂ ਨੂੰ ਪਤਾ ਚੱਲਿਆ ਇਹ ਤੇ ਸਮੁੰਦਰ ਦੇ ਵਿੱਚੋਂ ਪਾਣੀ ਦੇ ਵਿੱਚੋਂ ਨਿਕਲੀਆਂ ਸੀ ਤੇ ਪਾਣੀ ਵਿੱਚ ਹੀ ਸਮਾ ਗਈਆਂ ਨੇ। ਇਹ ਤੇ ਸਮੁੰਦਰ ਦਾ ਹੀ ਰੂਪ ਸੀ, ਇਹ ਤੇ ਪਾਣੀ ਦੇ ਵਿੱਚ ਪਾਣੀ ਸੀ, ਇਹ ਤੇ ਤੂਫਾਨ ਦੇ ਕਰਕੇ ਵੱਖਰੀਆਂ ਨਜ਼ਰ ਆ ਰਹੀਆਂ ਸੀ, ਪਰ ਇਹ ਨਿਕਲੀਆਂ ਸਮੁੰਦਰ ਦੇ ਵਿੱਚੋਂ ਹੀ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਜਿਹੜਾ ਭੁਲੇਖਾ ਸਾਡੇ ਅੰਦਰ ਪਿਆ ਹੋਇਆ ਨਾ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਸੀ ਜਗਤ ਨੂੰ ਵੱਖਰਾ ਸਮਝਦੇ ਆ, ਪਰਮੇਸ਼ਰ ਨੂੰ ਵੱਖਰਾ ਸਮਝਦੇ ਆ। ਕਹਿੰਦੇ ਨਹੀਂ, ਇਹ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠੀਆਂ, ਉਹ ਪਾਣੀ ਦਾ ਹੀ ਰੂਪ ਸੀ, ਸਮੁੰਦਰ ਦਾ ਹੀ ਰੂਪ ਸੀ, ਫਿਰ ਪਾਣੀ ਵਿੱਚ ਸਮਾ ਗਈਆਂ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਪਰਮੇਸ਼ਰ ਨੇ ਬਣਾਇਆ, ਇਹ ਪਰਮੇਸ਼ਰ ਦਾ ਹੀ ਰੂਪ ਹੈ ਤੇ ਪਰਮੇਸ਼ਰ ਸਭ ਕੁਝ ਬਣਾਉਣ ਤੋਂ ਬਾਅਦ ਹਰੇਕ ਜੀਵ ਦੇ ਅੰਦਰ ਬਹਿ ਗਿਆ, ਇਸ ਸੰਸਾਰ ਦੇ ਵਿੱਚ ਸਮਾ ਗਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੰਸਾਰ ਪਰਮੇਸ਼ਰ ਤੋਂ ਵੱਖਰਾ ਨਹੀਂ, ਪਰਮੇਸ਼ਰ ਸੰਸਾਰ ਨੂੰ ਬਣਾ ਕੇ ਸੰਸਾਰ ਦੇ ਵਿੱਚ ਆਪ ਹੀ ਸਮਾਇਆ ਹੋਇਆ ਹੈ। ਅਗੇ ਜੀ, नरपत एक सिंहासन सोया, सुपने भया भिखारी। ਅਗਲੀ ਮਿਸਾਲ ਵੇਖੋ ਕਿੱਡੀ ਪਿਆਰੀ ਦਿੱਤੀ। ਕਹਿੰਦੇ ਕੋਈ ਰਾਜਾ ਹੈ, ਆਪਣੇ ਤਖਤ ਦੇ ਉੱਤੇ ਬੈਠਾ ਉਹਦੀ ਅੱਖ ਲੱਗ ਗਈ, ਸੌਂ ਗਿਆ। ਹੁਣ ਜਦੋਂ ਉਹ ਸੁੱਤਾ ਤੇ ਸੁੱਤਿਆਂ ਉਹਨੇ ਸੁਪਨਾ ਵੇਖਿਆ ਤੇ ਸੁਪਨੇ ਦੇ ਵਿੱਚ ਬਣ ਗਿਆ ਮੰਗਤਾ। ਕਹਿੰਦੇ ਹੈ ਰਾਜਾ, ਪਰ ਤਖਤ ਤੇ ਬੈਠਾ ਸੁਪਨਾ ਵੇਖ ਰਿਹਾ, ਸੁਪਨੇ ਦੇ ਵਿੱਚ ਬਣ ਗਿਆ ਮੰਗਤਾ। ਅੱਗੇ ਜੀ, अंशत राज बिशुरत दुख पाया, ਸੋਗਤ ਭਈ ਹਮਾਰੀ। ਕਹਿੰਦੇ ਜਿਵੇਂ ਉਹ ਰਾਜਾ ਤਖਤ ਦੇ ਉੱਤੇ ਬੈਠਾ, ਉਹਦੀ ਅੱਖ ਲੱਗ ਗਈ, ਉਹ ਸੌਂ ਗਿਆ, ਸੁਪਨਾ ਵੇਖਿਆ ਸੁੱਤਿਆਂ ਕਿ ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਗਿਆ। ਕਹਿੰਦੇ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਜਿਵੇਂ ਉਹ ਰਾਜ ਭਾਗ ਹੁੰਦਿਆਂ ਸੁਣਦਿਆਂ ਸੁਪਨੇ ਦੇ ਵਿੱਚ ਰਾਜ ਭਾਗ ਤੋਂ ਵਿਛੜ ਗਿਆ, ਦੁਖੀ ਹੋਇਆ। ਇਸੇ ਤਰ੍ਹਾਂ ਕਿ ਪਰਮੇਸ਼ਰ ਸਾਈਂ ਅਸੀਂ ਜੀਵ ਵੀ ਤੇਰੇ ਨਾਲੋਂ ਵਿਛੜ ਕੇ ਹਰ ਵੇਲੇ ਦੁਖੀ ਹੁੰਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੈ ਤੂੰ ਨਾਲ ਹੀ, ਜਿਵੇਂ ਉਹ ਹੈ ਰਾਜਾ ਹੀ ਹੈ, ਪਰ ਰਾਜਾ ਸੁਪਨਾ ਵੇਖ ਰਿਹਾ, ਸੁਪਨੇ ਦੇ ਵਿੱਚ ਮੰਗਤਾ ਬਣ ਗਿਆ। ਉਹਨੂੰ ਉਸ ਵੇਲੇ ਰਾਜ ਭਾਗ ਭੁੱਲ ਗਿਆ, ਉਹਨੂੰ ਫਿਰ ਵਿਛੋੜੇ ਦਾ ਦੁੱਖ ਲੱਗ ਗਿਆ, ਉਹ ਮੰਗਤਾ ਆਪਣੇ ਆਪ ਨੂੰ ਸਮਝਣ ਲੱਗ ਪਿਆ। ਇਸੇ ਤਰ੍ਹਾਂ ਪਰਮੇਸ਼ਰ ਸਾਈਂ ਤੂੰ ਸਾਡੇ ਕੋਲ ਹੀ ਹੈ, ਸਾਡੇ ਅੰਦਰ ਹੀ ਹੈ, ਪਰ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ। ਇਹ ਭਰਮ ਸਾਡਾ ਬਣਿਆ ਹੋਇਆ ਕਿ ਤੂੰ ਵੱਖਰਾ ਹੈ, ਅਸੀਂ ਵੱਖਰੇ ਹਾਂ, ਸੰਸਾਰ ਵੱਖਰਾ ਹੈ, ਅਸੀਂ ਵੱਖਰੇ ਹਾਂ। ਬਸ ਇਸੇ ਚੀਜ਼ ਨੂੰ ਲੈ ਕੇ ਅਸੀਂ ਵਿਛੜੇ ਆ ਤੇ ਵਿਛੜਨ ਦੇ ਕਰਕੇ ਸਾਡਾ ਬੁਰਾ ਹਾਲ ਹੋ ਰਿਹਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਅੱਗੇ ਜੀ। राज भुयंग पर संग जैसे है, अब कश मर्म जनाया। ਅੱਗੇ ਜੀ, अनक कटक जैसे भूल परे, अब कहते कहन ना आया। ਕਹਿੰਦੇ ਕਈ ਵਾਰੀ ਬੰਦੇ ਨੂੰ ਭੁਲੇਖਾ ਲੱਗ ਜਾਂਦਾ, ਰਾਤ ਹਨੇਰੇ ਵਾਲੀ, ਰਾਤ ਹਨੇਰਾ ਹੋਵੇ ਨਾ, ਪੂਰੀ ਘੁੱਪ ਹਨੇਰੇ ਵਾਲੀ ਰਾਤ ਹੋਵੇ, ਕੁਝ ਵੀ ਨਜ਼ਰ ਨਾ ਆਉਂਦਾ ਹੋਵੇ, ਰੱਸੀ ਵੀ ਬੰਦੇ ਦੇ ਸਾਹਮਣੇ ਪਈ ਹੋਵੇ ਨਾ, ਤੇ ਰੱਸੀ ਨੂੰ ਵੀ ਕਈ ਵਾਰੀ ਸੱਪ ਸਮਝ ਲੈਂਦਾ ਹੈ। ਪਰ ਇਹ ਭੇਦ ਜਿਹੜਾ ਹੈ ਨਾ, ਇੱਕ ਵਾਰੀ ਬੋਲੋ ਵਾਹਿਗੁਰੂ, ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਵੇਂ ਰੱਸੀ ਤੇ ਸੱਪ ਹੈ ਨਾ, ਬੰਦੇ ਨੂੰ ਭੁਲੇਖਾ ਲੱਗਿਆ, ਰੱਸੀ ਵੱਲ ਵੇਖ ਕੇ ਉਹਨੇ ਰੱਸੀ ਨੂੰ ਸੱਪ ਸਮਝ ਲਿਆ, ਪਰ ਇਹ ਜਿਹੜਾ ਭੇਤ ਹੈ ਨਾ, ਇਹ ਪਰਮੇਸ਼ਰ ਸਾਈਂ ਤੂੰ ਮੈਨੂੰ ਜਣਾ ਦਿੱਤਾ ਹੈ ਕਿ ਜਿਹਨੂੰ ਮੈਂ ਸੱਪ ਸਮਝਿਆ ਸੀ, ਅਸਲੀਅਤ ਦੇ ਵਿੱਚ ਉਹ ਸੱਪ ਨਹੀਂ, ਉਹ ਰੱਸੀ ਹੈ। ਜਦੋਂ ਚਾਨਣਾ ਜਰਾ ਜਿੰਨਾ ਹੋਇਆ ਕਮਰੇ ਦੇ ਵਿੱਚ, ਮੈਂ ਲਾਲਟੇਨ ਜਲਾਈ ਜਾਂ ਦੀਵਾ ਬਾਲਿਆ ਜਾਂ ਲਾਈਟ ਜਗਾ ਦਿੱਤੀ, ਮੇਰਾ ਇਹ ਭਰਮ ਨਿਕਲ ਗਿਆ ਕਿ ਜਿਸ ਰੱਸੀ ਨੂੰ ਮੈਂ ਸੱਪ ਸਮਝਦਾ ਸਾਂ, ਇਹ ਸੱਪ ਨਹੀਂ, ਅਸਲੀਅਤ ਵਿੱਚ ਰੱਸੀ ਹੈ। ਤੇ ਅੱਗੇ ਬੜੀ ਪਿਆਰੀ ਮਿਸਾਲ ਦਿੱਤੀ, ਕਹਿੰਦੇ ਏਦਾਂ ਹੀ ਜਿਵੇਂ ਮੈਂ ਰੱਸੀ ਨੂੰ ਸੱਪ ਸਮਝੀ ਬੈਠਾ ਸਾਂ, ਜਦੋਂ ਜਰਾ ਜਿੰਨਾ ਚਾਨਣਾ ਹੋਇਆ ਇਹ ਭੇਦ ਮੇਰਾ ਖੁੱਲ ਗਿਆ। ਏਦਾਂ ਹੀ ਮੈਂ ਸੋਨੇ ਤੋਂ ਬਣੇ ਹੋਏ ਅਨੇਕਾਂ ਤਰ੍ਹਾਂ ਦੇ ਕੜੇ ਵੇਖੇ, ਗਹਿਣੇ ਵੇਖੇ, ਤੇ ਮੈਨੂੰ ਭੁਲੇਖਾ ਕੀ ਪੈ ਗਿਆ
ਕਿ ਸੋਨਾ ਵੱਖਰਾ ਹੁੰਦਾ, ਉਹਦੇ ਤੋਂ ਬਣੇ ਹੋਏ ਗਹਿਣੇ ਵੱਖਰੇ ਹੁੰਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਕਈ ਵਾਰੀ ਮੇਰੇ ਅੰਦਰ ਇਹ ਵੀ ਭੁਲੇਖਾ ਪੈ ਗਿਆ, ਲੱਗਦਾ ਇਹ ਜੇ ਕੜੇ ਵੱਖਰੀ ਤਰ੍ਹਾਂ ਦੇ ਨੇ, ਇਹ ਜਿਹੜੇ ਮੈਂ ਹਾਰ ਸ਼ਿੰਗਾਰ ਵਾਲੀਆਂ ਚੀਜ਼ਾਂ ਨੂੰ ਤੱਕਿਆ ਇਹ ਵੱਖਰੀਆਂ ਨੇ। ਮੈਨੂੰ ਇਹ ਭੁਲੇਖਾ ਪੈ ਗਿਆ। ਉਹ ਕਿਹੜਾ ਭੁਲੇਖਾ? ਕਿ ਸੋਨਾ ਕਈ ਤਰ੍ਹਾਂ ਦਾ ਹੁੰਦਾ ਹੈ, ਸੋਨਾ ਕਈ ਤਰ੍ਹਾਂ ਦਾ ਹੁੰਦਾ ਹੈ ਪਿਆਰਿਓ। ਪਰ ਜਿਉਂ-ਜਿਉਂ ਮੈਂ ਗੁਰ ਪਰਮੇਸ਼ਰ ਸਾਈਂ ਦੀ ਨੇੜਤਾ ਪ੍ਰਾਪਤ ਕੀਤੀ, ਜਿਉਂ-ਜਿਉਂ ਉਹਦੇ ਸ਼ਬਦ ਦੀ ਕਮਾਈ ਕੀਤੀ, ਤੇ ਮੇਰਾ ਇਹ ਭੁਲੇਖਾ ਨਿਕਲ ਗਿਆ ਕਿ ਸੋਨਾ ਤੇ ਸੋਨਾਏ ਤੋਂ ਜਿਹੜੇ ਬਣੇ ਹੋਏ ਗਹਿਣੇ ਨੇ ਨਾ, ਇਹ ਕੋਈ ਵੱਖਰੇ ਨਹੀਂ ਨੇ। ਇਸੇ ਤਰ੍ਹਾਂ ਇਹ ਜਗਤ ਵੱਖਰਾ ਨਹੀਂ, ਇਹ ਜਗਤ ਤੇਰੀ ਹੀ ਬਣਾਈ ਹੋਈ ਇੱਕ ਰਚਨਾ ਹੈ, ਤੇ ਤੂੰ ਜਗਤ ਨੂੰ ਬਣਾਇਆ ਤੇ ਜਗਤ ਦੇ ਵਿੱਚ ਆਪ ਹੀ ਬਿਰਾਜਮਾਨ ਹੋ ਗਿਆ। ਜਗਤ ਤੇਥੋਂ ਕੋਈ ਵੱਖਰੀ ਹਸਤੀ ਨਹੀਂ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਮੈਂ ਕਹਿਣਾ ਹੀ ਇਹ ਛੱਡ ਦਿੱਤਾ ਕਿ ਜਗਤ ਤੇਥੋਂ ਵੱਖਰੀ ਹਸਤੀ ਹੈ, ਕਿਉਂਕਿ ਮੈਂ ਗੁਰ ਸ਼ਬਦ ਦੀ ਕਮਾਈ ਤੇਰੀ ਕਿਰਪਾ ਦੇ ਨਾਲ ਕੀਤੀ। ਉਹ ਗੁਰ ਸ਼ਬਦ ਦੀ ਕਮਾਈ ਨੇ ਇਹ ਮੈਨੂੰ ਗਿਆਨ ਦੇ ਦਿੱਤਾ। ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਦੋਂ ਨੱਸਿਆ, ਗਿਆਨ ਦਾ ਪ੍ਰਕਾਸ਼ ਹੋਇਆ, ਤੇ ਉਦੋਂ ਫਿਰ ਇਹ ਮੇਰਾ ਭਰਮ ਨਿਕਲ ਗਿਆ। ਕਿਹੜਾ ਭਰਮ ਨਿਕਲ ਗਿਆ? ਕਿ ਜਗਤ ਕੋਈ ਤੇਥੋਂ ਵੱਖਰੀ ਹਸਤੀ ਹੈ। ਭੁੱਲਣਾ ਨਹੀਂ, ਮਾਧਵੇ ਕਿਆ ਕਹੀਐ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਐਸਾ। ਅਸੀਂ ਵੱਖਰੀ ਹਸਤੀ ਸਮਝਦੇ ਹਾਂ ਜਗਤ ਨੂੰ, ਸੰਸਾਰ ਨੂੰ। ਵੱਖਰਾ ਨਹੀਂ ਸੰਸਾਰ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਅੱਗੇ ਜੀ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ। ਕਹਿੰਦੇ ਉਹ ਪਰਮੇਸ਼ਰ ਅਨੇਕਾਂ ਰੂਪ ਬਣਾ ਕੇ ਸਾਰਿਆਂ ਦੇ ਵਿੱਚ ਆਪ ਹੀ ਬਹਿ ਗਿਆ। ਅਨੇਕਾਂ ਰੂਪ ਉਹਨੇ ਬਣਾਏ, ਕਿੰਨੇ ਜੀ ਜੰਤ ਬਣਾਏ, ਕਿੰਨੇ ਉਹਨੇ ਜਾਨਵਰ ਬਣਾਏ, ਕਿੰਨੀ ਬਨਸਪਤੀ ਬਣਾਈ, ਸਾਰੀ ਉਹਨੇ ਰਚਨਾ ਕੀਤੀ। ਕੁਦਰਤ ਉਹਨੇ ਆਪ ਬਣਾਈ, ਸਾਰੇ ਜੀ ਜੰਤ ਉਹਨੇ ਆਪ ਬਣਾਏ। ਅਨੇਕਾਂ ਰੂਪ ਬਣਾ ਕੇ ਤੇ ਸਾਰਿਆਂ ਦੇ ਵਿੱਚ ਇੱਕ ਆਪ ਬਹਿ ਗਿਆ। ਆਖੋ ਵਾਹਿਗੁਰੂ ਜੀ। ਤੇ ਸਾਰੇ ਘਟਾਂ ਦੇ ਵਿੱਚ ਬੈਠਾ ਆਪ ਹੀ ਸਾਰੇ ਜਗਤ ਦਾ ਰੰਗ ਮਾਣ ਰਿਹਾ, ਆਪ ਹੀ ਆਨੰਦ ਲਈ ਜਾਂਦਾ, ਆਪੇ ਸਾਰਿਆਂ ਕੋਲੋਂ ਖੇਡਾਂ ਖਿਡਵਾਈ ਜਾਂਦਾ। ਜੋ ਜਿਹਦੇ ਕੋਲੋਂ ਖਿਡਵਾਉਣਾ ਉਹ ਆਪੇ ਖੇਡਾਂ ਕਰਵਾਈ ਜਾਂਦਾ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਅੱਗੇ ਕਹਿੰਦੇ ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਕਹਿੰਦੇ ਹੁਣ ਮੈਂ ਇੱਕ ਚੀਜ਼ ਸਮਝ ਲਈਏ, ਇੱਕ ਤਤ ਗਿਆਨ ਦੇ ਉੱਤੇ ਪਹੁੰਚ ਗਿਆ ਕਿ ਪਰਮੇਸ਼ਰ ਸਾਈਂ ਮੇਰੇ ਹੱਥ ਤੋਂ ਵੀ ਮੇਰੇ ਨੇੜੇ ਵਸਦਾ। ਆਖੋ ਵਾਹਿਗੁਰੂ ਜੀ। ਤੇ ਜੋ ਕੁਝ ਵੀ ਜਗਤ ਵਿੱਚ ਵਰਤ ਰਿਹਾ ਨਾ, ਸਭ ਕੁਝ ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਹੋ ਰਿਹਾ। ਮੇਰਾ ਇਹ ਭਰਮ ਅੱਜ ਨਿਕਲ ਗਿਆ। ਪਰ ਭਰਮ ਨਿਕਲਿਆ ਉਦੋਂ ਜਦੋਂ ਮੈਂ ਸੰਗਤ ਕਰਨੀ ਸ਼ੁਰੂ ਕੀਤੀ। ਭਰਮ ਨਿਕਲਿਆ ਉਦੋਂ ਜਦੋਂ ਮੈਂ ਗੁਰ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕੀਤੀ। ਭਰਮ ਮੇਰਾ ਨਿਕਲਿਆ ਉਦੋਂ ਜਦੋਂ ਮੈਂ ਨਾਮ ਜਪਣ ਵਾਲਿਆਂ ਦਾ ਸੰਗ ਕਰਨਾ ਸ਼ੁਰੂ ਕਰ ਦਿੱਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਸਾਡੀ ਵੀ ਕਿਤੇ ਅੱਖ ਖੁੱਲ ਜਾਵੇ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਮੈਂ ਕਹਿੰਦਾ ਜੀਵਨ ਜਿਉਣ ਦਾ ਆਨੰਦ ਹੀ ਹੋਰ ਹੋ ਜਾਏਗਾ। ਗੁਰੂ ਕਿਰਪਾ ਕਰੇ। ਕੀਰਤਨ ਦੀ ਸਮਾਪਤੀ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਪਿਆਰਿਓ, ਸਨੇਮਰ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਆ ਕੇ ਤੱਕੋ ਜੋ ਰਾਮ ਤੀਰਥ ਰੋਡ ਦੇ ਉੱਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਯੂਨਿਟ ਨੰਬਰ 1 ਚੱਲ ਰਿਹਾ, ਜਿੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ, CBSE ਸਕੂਲ, ਜਿਸ ਸਕੂਲ ਦੇ ਵਿੱਚ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ, ਬਿਲਕੁਲ ਉਹਨਾਂ ਦੀ ਫ੍ਰੀ ਪੜ੍ਹਾਈ ਕਰਾਈ ਜਾ ਰਹੀ। ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਰਾਹੀਂ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਬੱਚਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਕਥਾ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸ਼ੁੱਧਤਾ, ਗੁਰਬਾਣੀ ਦੀ ਸੰਥਿਆ, ਬੱਚਿਆਂ ਦੀ ਸਿਹਤ ਵੀ ਵੱਲ ਰਵੇ, ਖੇਡਾਂ ਦਾ ਪ੍ਰਬੰਧ, ਜਿਮ ਦਾ ਪ੍ਰਬੰਧ, ਘੋੜ ਸਵਾਰੀ ਵੀ, ਤੇ ਅੰਮ੍ਰਿਤ ਵੇਲੇ ਦੀ ਸੰਭਾਲ ਵੀ, ਸੰਧਿਆ ਦੇ ਸਮੇਂ ਦੀ ਸੰਭਾਲ ਵੀ। ਇਹ ਸਭ ਕੁਝ ਪਿਤਾ ਜੀ ਦੀ ਮਿਹਰ ਦੇ ਨਾਲ ਬਿਲਕੁਲ ਨਿਸ਼ਕਾਮਤਾ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇੱਥੇ ਹੀ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਪ੍ਰਾਰੰਭ ਹੋਈ ਹੈ ਯੂਨਿਟ ਨੰਬਰ 1 'ਚ।
ਤੇ ਇੱਥੇ ਹੀ ਪਿਆਰਿਓ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਡਿਜੀਟਲ ਐਕਸਰੇ 113 ਰੁਪਏ 'ਚ ਹੁੰਦਾ ਹੈ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਨਹੀਂ ਦੇ ਸਕਦਾ, ਉਹਦੇ ਲਈ ਇਹ ਬਿਲਕੁਲ ਫ੍ਰੀ ਹੈ। ਹਸਪਤਾਲ ਆ ਕੇ ਜ਼ਰੂਰ ਦਰਸ਼ਨ ਦਿਓ। ਹਰ 27 ਨੂੰ ਚੁਪਹਿਰਾ ਹੁੰਦਾ। 27 ਤਰੀਕ ਆਉਣ ਵਾਲੀ ਹੈ। 27 ਤਰੀਕ ਨੂੰ ਚੁਪਹਿਰਾ ਹੈ ਸਵੇਰੇ 10 ਤੋਂ 4। 26 ਤਰੀਕ ਨੂੰ ਵੀ 12 ਤੋਂ 2 ਦੇ ਦੀਵਾਨ ਨੇ। ਸੰਪਟ ਪਾਠਾਂ ਦੇ ਭੋਗ ਪੈਂਦੇ ਆ ਨਾਲ। ਫਿਰ 12 ਤੋਂ 2 ਸਮਾਗਮ ਹੁੰਦਾ, ਕੀਰਤਨ ਦੀ ਸੇਵਾ ਹੁੰਦੀ। 27 ਨੂੰ ਚੁਪਹਿਰਾ ਹੁੰਦਾ ਸਵੇਰੇ 10 ਤੋਂ 4 ਵਜੇ ਤੱਕ। ਬਹੁਤ ਸੰਗਤਾਂ ਪਹੁੰਚਦੀਆਂ ਔਰ ਮਨੋਕਾਮਨਾਵਾਂ ਪੂਰਨ ਹੁੰਦੀਆਂ। ਬਾਬਾ ਦੀਪ ਸਿੰਘ ਪ੍ਰਤੱਖ ਵਰਤਦੇ ਨੇ। ਤੇ ਨਾਲ ਹੀ ਉਸ ਦਿਨ ਫ੍ਰੀ ਮੈਡੀਕਲ ਕੈਂਪ ਵੀ ਲੱਗਦਾ ਹੈ, ਜਿਸ ਮੈਡੀਕਲ ਕੈਂਪ ਦੇ ਵਿੱਚ 20 ਰੁਪਏ ਦੀ ਪਰਚੀ ਵੀ ਨਹੀਂ ਲੱਗਦੀ। 5 ਦਿਨ ਦੀ ਦਵਾਈ ਵੀ ਫ੍ਰੀ ਦਿੱਤੀ ਜਾਂਦੀ, ਐਕਸਰੇ ਵੀ ਫ੍ਰੀ, ਲੈਬੋਰਟਰੀ ਦੇ ਟੈਸਟ ਵੀ, ਸਭ ਕੁਝ ਫ੍ਰੀ ਹੁੰਦਾ। ਤੇ ਜਿਹੜੇ ਲਾਭ ਲੈਣਾ ਚਾਹੋ ਜ਼ਰੂਰ ਦਰਸ਼ਨ ਦੇਣਾ, ਇਹ ਮੇਰੀ ਬੇਨਤੀ ਹੈ। ਮੈਂ ਗੱਲ ਕਰ ਰਿਹਾ ਸਾਂ, ਇਹ ਯੂਨਿਟ ਨੰਬਰ 1 ਦੇ ਵਿੱਚ ਆਹ ਸੇਵਾਵਾਂ ਚੱਲ ਰਹੀਆਂ। ਤੇ ਪਿਤਾ ਜੀ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਨੇ ਤਰਸ ਵਰਤਾਇਆ, ਬਿਲਕੁਲ ਨਾਲ ਹੀ 15,500 ਗਜ ਜਗ੍ਹਾ ਬਖਸ਼ੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਯੂਨਿਟ ਨੰਬਰ 2, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਬਣਨਾ ਹੈ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ ਹੋਣਾ ਜਿੱਥੇ, ਉੱਥੇ ਹੀ ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਬਣਨੀ। ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ, ਕਿ ਜਦੋਂ ਵੀ ਕੋਈ ਆਓ 2 ਦਿਨ 4 ਦਿਨ 5 ਦਿਨ ਤੁਸੀਂ ਇੱਥੇ ਆਨੰਦ ਲਓ, ਕੁਦਰਤੀ ਨਜ਼ਾਰਿਆਂ ਦਾ ਆਨੰਦ ਲਓ, ਨਾਲ ਭਗਤੀ ਕਰੋ, ਬੰਦਗੀ ਕਰੋ। ਇਹ ਸਰਾਂ ਦੀ ਸੇਵਾ ਵੀ ਇੱਥੇ ਹੋਣੀ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਵੀ ਬਣਨਾ, ਹੋਰ ਵੀ ਕਾਫੀ ਕਾਰਜ ਇਹ ਯੂਨਿਟ ਨੰਬਰ 2 ਵਿੱਚ ਹੋਣੇ ਨੇ। ਤੇ ਗੁਰੂ ਰਾਮਦਾਸ ਜੀ ਦਾ ਤਰਸ, ਤੁਹਾਡੀਆਂ ਅਸੀਸਾਂ ਵਰਤੀਆਂ, ਵਧਾਈ ਹੈ ਤੁਹਾਨੂੰ ਕਿ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਦਾ ਯੂਨਿਟ ਨੰਬਰ 3 ਬਟਾਲਾ ਰੋਡ ਦੇ ਉੱਤੇ ਸਤਿਗੁਰਾਂ ਨੇ ਜਗ੍ਹਾ ਬਖਸ਼ੀ। ਪਿੰਡ ਗੋਪਾਲਪੁਰ ਹੈ, ਉਹਦੇ ਕੋਲ ਬਿਲਕੁਲ ਸੜਕ ਦੇ ਉੱਤੇ 4.5 ਏਕੜ ਜਗ੍ਹਾ ਦਿੱਤੀ ਹੈ, ਜਿਸ ਜਗ੍ਹਾ ਤੇ ਇਸੇ ਤਰ੍ਹਾਂ ਹਸਪਤਾਲ ਬਣਨਾ ਹੈ। ਗੁਰੂ ਬਾਬਾ ਨਾਨਕ ਜੀ ਦੀ ਰਸੋਈ ਫੁਰਨਾ ਹੈ ਅੰਦਰ, ਕਿ ਜਿਹੜੇ ਸਪੈਸ਼ਲ ਚਾਈਲਡ ਹੁੰਦੇ ਨੇ ਉਹਨਾਂ ਦਾ ਸਕੂਲ ਉੱਥੇ ਖੋਲ੍ਹਿਆ ਜਾਵੇ। ਹੋਰ ਵੀ ਕਾਫੀ ਪਲੈਨਿੰਗਸ ਨੇ। ਤੇ ਇਹ ਮੈਂ ਸਭ ਨੂੰ ਬੇਨਤੀ ਕਰਦਾ, ਕਿਉਂਕਿ ਮੇਰੇ ਮਨ ਦੀ ਭਾਵਨਾ ਸੀ ਘੱਟ ਤੋਂ ਘੱਟ 113 ਯੂਨਿਟ ਬਣਨ। ਤੇ ਮੈਨੂੰ ਪਤਾ ਹੈ ਤੁਸੀਂ ਅਸੀਸ ਦੇਣੀ, ਇਸ ਤੋਂ ਡਬਲ ਟ੍ਰਿਪਲ ਹੀ ਕੰਮ ਕਰਵਾ ਲੈਣਾ। ਤੇ ਇਹ ਮੇਰੀ ਬੇਨਤੀ ਹੈ, ਹੁਣ ਤੱਕ ਬਾਂਹ ਫੜ ਕੇ ਰੱਖੀ ਜੇ, ਕਿਉਂਕਿ ਅਮਨਦੀਪ ਸਿੰਘ ਦੇ ਕੰਮ ਤੇ ਹੈ ਨਹੀਂ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਤੇ ਸੰਗਤ ਜੀ ਤੁਹਾਡੇ ਕੰਮ ਨੇ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਇਹ ਬਟਾਲਾ ਰੋਡ ਦੀ ਹੁਣ ਰਜਿਸਟਰੀ ਹੋਣੀ ਹੈ। 1 ਗਜ ਦੀ 2500 ਰੁਪਏ 1 ਗਜ ਦੀ ਸੇਵਾ ਉੱਥੇ ਰੱਖੀ ਹੋਈ ਹੈ। 1-1 2-2 5-5 10-10 ਗਜ ਦੀ ਸੇਵਾ ਸਭ ਨੇ ਕਰਨ ਦੀ ਕਿਰਪਾਲਤਾ ਕਰਨੀ, ਤੇ ਤਾਂ ਜੋ ਇਹ ਰਜਿਸਟਰੀ ਦੇ ਕਾਰਜ ਸਮੇਂ ਸਿਰ ਹੋਣ ਤੇ ਇਹ ਯੂਨਿਟ ਹੋਰ ਵਧਣ, ਇਹ ਪ੍ਰਚਾਰ ਦੇ ਕਾਰਜ ਹੋਰ ਵਧਣ। ਇਹ ਮੈਂ ਸਭ ਨੂੰ ਬੇਨਤੀ ਕਰਦਾ। ਸੇਵਾ ਤੁਸੀਂ ਪੇਟੀਐਮ ਵੀ ਕਰ ਸਕਦੇ ਹੋ, ਨੰਬਰ ਤੁਹਾਡੇ ਕੋਲ ਹੈ ਹੀ 9815099513। ਬਾਕੀ ਕੋਈ ਵੀ ਜਾਣਕਾਰੀ ਚਾਹੁੰਦੇ ਹੋਵੋ, ਸਾਰੇ ਨੰਬਰਾਂ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ ਹੈ। ਆਪ ਜੀ ਕਿਸੇ ਵੀ ਸਮੇਂ ਫੋਨ ਕਰਕੇ ਕੋਈ ਵੀ ਜਾਣਕਾਰੀ ਪਿਤਾ ਜੀ ਦੀ ਮਿਹਰ ਦਾ ਸਦਕਾ ਪ੍ਰਾਪਤ ਕਰ ਸਕਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੱਲ ਜਿਨ੍ਹਾਂ ਸੰਗਤਾਂ ਨੇ ਕੌਲਸਰ ਸਾਹਿਬ ਹਾਜ਼ਰੀ ਭਰੀ ਸੀ 20 ਤਰੀਕ ਨੂੰ, ਸਾਰੀਆਂ ਸੰਗਤਾਂ ਦਾ ਸ਼ੁਕਰਾਨਾ ਹੈ। ਕੱਲ ਰਾਤ ਦਾ ਦੀਵਾਨ ਕੌਲਸਰ ਸਾਹਿਬ ਸੀ। ਹਰ ਮਹੀਨੇ ਦੀ 20 ਤਰੀਕ ਨੂੰ ਹੁੰਦਾ ਸਮਾਗਮ, ਤੇ ਤੁਸੀਂ ਦਰਸ਼ਨ ਦਿੰਦੇ ਹੋ। ਤੇ ਹਰ ਵਾਰੀ ਹੋਰ ਉਦਮ ਉਪਰਾਲਿਆਂ ਨਾਲ ਪਹੁੰਚਿਆ ਕਰੋ। ਸਾਡਾ ਜਿਹੜਾ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਾਂਹ ਸ਼ੇਅਰ ਵੀ ਕਰਿਓ, ਇਹ ਮੇਰੀ ਬੇਨਤੀ ਹੈ ਜੀ। ਭੁੱਲ ਚੁੱਕ ਦੀ ਖਿਮਾ। ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਮੇਰਾ ਦਾਤਾ ਕਰਵਾਵੇ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਪਿਆਰ ਸਹਿ ਸਾਰੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।